ਇਹ ਐਡਾ ਵੱਡਾ ਪਰਿਵਾਰ ਹੈ ਜੀ, ਬੜਾ ਮਾਣ ਹੁੰਦਾ ਜੀ ਕਿ ਮੈਂ ਇਸ ਘਰ 'ਚ ਜਨਮ ਲਿੱਤਾ ਅਤੇ ਔਰ ਬੜੀ ਖੁਸ਼ੀ ਹੁੰਦੀ ਹੈ ਵੀ ਆ ਰਹਿ ਸਕਾਂ। ਪਰ ਇਸ ਖੁਸ਼ੀ ਨਾਲ ਨਾਲ ਇੱਕ ਜ਼ਿੰਮੇਵਾਰੀ ਵੀ ਆਉਂਦੀ ਹੈ, ਜਿਹੜੀ ਕਿ ਬਜ਼ੁਰਗਾਂ ਨੇ ਇੰਨੀ ਚਲੀ ਆ ਰਹੀ, ਵੱਡੀ ਲੰਬੀ ਹਿਸਟਰੀ ਚਲੀ ਆ ਰਹੀ ਹੈ, ਪ੍ਰਥਾ ਚਲੀ ਆ ਰਹੀ ਹੈ, ਉਹਨੂੰ ਬਰਕਰਾਰ ਰੱਖਣੀ ਹੈ ਜੀ। ਕਾਰੋਨੇਸ਼ਨ ਦੇ ਲਈ ਚੁਣਿਆ ਗਿਆ ਭਾਈ ਸਾਹਿਬ ਭਾਈ ਅਰਜਨ ਸਿੰਘ ਜੀ ਬਾਗੜੀਆਂ ਵਾਲਿਆਂ ਨੂੰ। ਨਾਲ ਸੀ ਸੰਤ ਬਾਬਾ ਅਤਰ ਸਿੰਘ ਜੀ। ਅੰਗਰੇਜ਼ਾਂ ਦੇ ਖਿਲਾਫ ਜਾ ਕੇ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਅਰਜਨ ਸਿੰਘ ਬਾਗੜੀਆਂ ਜੀ, ਸੰਤ ਬਾਬਾ ਅਤਰ ਸਿੰਘ ਜੀ ਦੇ ਨਾਲ ਜਿਹੜਾ 24 ਜਨਵਰੀ ਨੂੰ 1911 ਦੀ ਮੈਂ ਗੱਲ ਕਰ ਰਿਹਾ, ਕੋਰੋਨੇਸ਼ਨ ਕਰਵਾਈ ਗਈ ਨਾਭਾ ਹੀਰਾ ਮਹਿਲ ਦੇ ਵਿੱਚ ਮਹਾਰਾਜਾ ਰਿਪੂ ਦਮਨ ਸਿੰਘ ਜੀ ਦੀ। ਹੋਰ ਵੀ ਹੁਣ ਵੀ ਤੁਸੀਂ ਵੇਖ ਲਓ, ਕੈਪਟਨ ਅਮਰਿੰਦਰ ਸਿੰਘ ਜੀ ਜੋ ਵੀ ਨੇ, ਮੈਂ ਉਹਨਾਂ ਦੀ ਪੋਲੀਟੀਕਲ ਕਰੀਅਰ ਦੀ ਗੱਲ ਨਹੀਂ ਕਰਾਂਗਾ ਇੱਥੇ, ਹੈ ਤੇ ਰਾਜਸ਼ਾਹੀ ਘਰਾਣੇ ਦੇ ਵਿੱਚੋਂ, ਬਾਬਾ ਆਲਾ ਸਿੰਘ ਜੀ ਦੇ ਘਰਾਣੇ ਦੇ ਵਿੱਚੋਂ ਅੱਜ ਉਹ 10ਵੇਂ ਮਹਾਰਾਜਾ ਨੇ, ਉਸ ਗੱਦੀ ਤੇ ਬੈਠੇ ਨੇ। ਅੱਜ ਤੱਕ ਉਹਨਾਂ ਦਾ ਪਰਿਵਾਰ ਇਹਨਾਂ ਦੇ ਪਰਿਵਾਰ ਤੋਂ ਅਰਦਾਸ ਕਰਾਉਂਦਾ ਜੀ। ਸਾਰੇ ਪਰਿਵਾਰ ਨੇ ਜਿਹੜੇ, ਨਾਭਾ ਪਰਿਵਾਰ ਲੈ ਲਓ, ਜੀਂਦ, ਕਪੂਰਥਲਾ, ਫਰੀਦਕੋਟ, ਕਲਸੀਆਂ, ਇਹ ਸਾਰੀਆਂ ਰਿਆਸਤਾਂ ਦੇ ਜਿਹੜੇ ਰਾਜ ਪ੍ਰਮੁੱਖ ਐਲਾਈਟ ਬਾਡੀ ਸੀ, ਜਿਹਨੂੰ ਅਸੀਂ ਜਿਵੇਂ ਕਹਿੰਦੇ ਨਾ ਇੱਕ ਪ੍ਰਾਈਮ ਮਿਨਿਸਟਰ ਹੁੰਦਾ, ਇੱਕ ਪ੍ਰੈਜ਼ੀਡੈਂਟ ਹੁੰਦਾ, ਕਿ ਹੁਣ ਜੇਕਰ ਕਿਸੇ ਮਿਨਿਸਟਰ ਨੇ ਸਹੁੰ ਚੁੱਕਣੀ ਹੈ, ਉਹ CM ਨਹੀਂ ਚੁਕਾਉਂਦਾ, ਉਹ ਰਾਜਾ ਨਹੀਂ ਚੁਕਾਉਂਦਾ, ਉਹ ਕੌਣ ਚੁਕਾਉਂਦਾ ਜੀ? ਗਵਰਨਰ। ਇਨ ਦਾ ਸੈਂਸ, ਜੇਕਰ ਮੈਂ ਨਿਊ ਪੀੜ੍ਹੀ ਨੂੰ ਸਮਝਾਵਾਂ, ਇੱਕ ਗਵਰਨਿੰਗ ਬਾਡੀ ਸੀ ਜਿਹੜੀ, ਉਹ ਗਵਰਨਿੰਗ ਬਾਡੀ ਭਾਵੇਂ ਕੋਈ ਵੀ ਰਾਜਾ ਹੋਵੇ, ਰਿਪੂ ਦਮਨ ਸਿੰਘ, ਲੇਕਿਨ ਉਹਦੇ ਬੈਕ ਤੇ ਜਿਹੜਾ ਉਸਦੀ ਕੋਰੋਨੇਸ਼ਨ ਕਰਨ ਦਾ ਸਾਰਾ ਰਿਵਾਜ ਸੀ, ਉਹ ਨਿਭਾਉਂਦੀ ਸੀ ਬਾਗੜੀਆਂ ਸਟੇਟ, ਜਿਹੜੀ ਗੁਰੂ ਸਾਹਿਬ ਦੇ ਲੰਗਰ ਤੋਂ। ਮੈਂ ਕਿਤੇ ਛੋਟੀ ਜੀ ਗੱਲ ਕਰਾਂਗਾ, ਮਾਈ ਰੱਜੀ ਜੀ ਦਾ ਲੰਗਰ ਅੱਜ ਜਿਸ ਸਥਾਨ ਤੇ ਬੈਠੇ ਹਾਂ ਉੱਥੇ ਚੱਲਦਾ ਹੈ। ਅੱਜ ਬੜੇ ਸਾਰੇ ਕਹਿੰਦੇ ਨੇ ਜੀ ਵੀ ਗੁਰੂ ਤੇ ਸ਼ਰਧਾ ਖਤਮ ਹੋ ਚੁੱਕੀ ਹੈ ਸਾਡੀ। ਦੇਖੋ, ਇੱਕ ਮੈਂ ਪਿਛਲੀ ਵੀਡੀਓ 'ਚ ਵੀ ਜ਼ਿਕਰ ਕੀਤਾ ਸੀ ਕਿ ਵੀ ਦੇਖੋ, ਇਤਿਹਾਸ ਹੈ ਨਾ ਜਿਹੜਾ, ਜ਼ਰੂਰੀ ਹੈ ਕਿ ਅਸੀਂ ਉਸਨੂੰ ਪੜ੍ਹੀਏ, ਸੁਣੀਏ, ਵਿਚਾਰੀਏ, ਹੈ ਨਾ, ਵਿਚਾਰ ਕੇ ਉਹ ਕਰੀਏ। ਲੇਕਿਨ ਉਹਦੇ ਨਾਲ ਹੀ ਇੱਕ ਜ਼ਿਕਰ ਮਿਲਦਾ, ਜੇ ਅਸੀਂ ਗੁਰੂ ਤੇ ਸ਼ੰਕਾ ਕਰ ਲਈ, ਸਾਡੇ ਇਤਿਹਾਸ ਕੁਛ ਨਹੀਂ ਹੈ, ਗੁਰੂ ਸਾਹਮਣੇ ਕੁਛ ਵੀ ਵੱਡਾ ਨਹੀਂ। ਸਰਬ ਕਲਾ ਸਮਰਾਟ, ਤੁਸੀਂ ਕਿਹਾ ਸੀ ਕੁਛ ਵੀ ਕਰ ਸਕਦੇ ਨੇ। ਅੱਜ ਕੱਲ੍ਹ ਤੁਸੀਂ ਵੇਖ ਸਕਦੇ ਹੋ, ਜਿਹੜੇ ਲੋਕ ਨਹੀਂ ਮੰਨਦੇ ਨਾ, ਕਦੀ ਬਾਗੜੀਆਂ ਆ ਕੇ ਵੇਖਿਓ, ਅੱਜ ਵੀ ਉਰੇ ਗਿੱਲੀ ਲੱਕੜਾਂ ਦਾ ਲੰਗਰ ਚੱਲਦਾ, ਸੁੱਕੀ ਲੱਕੜ ਨਹੀਂ ਚੱਲਦੀ। ਜਦੋਂ ਵੀ ਖਾਲਸਾ ਰਾਜ ਦੀ ਗੱਲ ਆਉਂਦੀ ਹੈ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜ਼ਿਕਰ ਹੁੰਦਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਸ ਮਹਾਪੁਰਸ਼ ਦੇ ਬਚਨਾਂ ਦੇ ਨਾਲ ਜਨਮ ਹੋਇਆ, ਇਸ ਦੁਨੀਆ ਦੇ ਉੱਤੇ ਆਏ, ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ। ਆਪਣੇ ਨਾਲ ਨੇ ਸਿੱਖ ਕੌਮ ਦੇ ਸਭ ਤੋਂ ਛੋਟੀ ਉਮਰ ਦੇ ਹਿਸਟੋਰੀਅਨ, ਇਤਿਹਾਸਕਾਰ ਭਾਈ ਸਿਮਰ ਸਿੰਘ, ਉਮਰ 16 ਸਾਲ, ਜਿਨ੍ਹਾਂ ਨੂੰ ਵਿਸ਼ਵ ਰਿਕਾਰਡ ਦੇ ਜਿਹੜੇ 12 ਖਿਤਾਬ ਮਿਲ ਚੁੱਕੇ ਨੇ। ਤੇ ਮੇਰੇ ਨਾਲ ਨੇ ਭਾਈ ਰੂਪ ਚੰਦ ਜੀ ਦੀ 13ਵੀਂ ਅੰਸ਼-ਵੰਸ਼ ਦੇ ਵਿੱਚੋਂ ਭਾਈ ਦਿਲਾਵਰ ਸਿੰਘ ਜੀ, ਬਾਗੜੀਆਂ ਵਾਲੇ, ਬਾਗੜੀਆਂ ਰਿਆਸਤ ਦੇ। ਪਹਿਲਾਂ ਆਪਾਂ ਛੋਟਾ ਜਿਹਾ ਸਵਾਲ ਜਿਹੜਾ ਭਾਈ ਸਿਮਰ ਸਿੰਘ ਜੀ ਉਹਨਾਂ ਨੂੰ ਕਰਾਂਗੇ। ਭਾਈ ਸਾਹਿਬ ਜੀ, ਕਿਸ ਤਰ੍ਹਾਂ ਇਹ ਸੰਭਵ ਹੋਇਆ, ਕੀ ਉਹ ਕਾਰਨ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਆਉਣਾ ਜਿੱਥੇ ਜੋੜਿਆ ਜਾਂਦਾ ਹੈ ਮਹਾਂਪੁਰਸ਼ਾਂ ਨਾਲ? ਜੀ ਵੇਖੋ, ਅਸੀਂ ਗੱਲ ਕਰਦੇ ਹਾਂ ਵੂਮਨ ਐਮਪਾਵਰਮੈਂਟ ਦੀ, ਕਿ ਔਰਤਾਂ ਨੂੰ ਸਿੱਖ ਧਰਮ ਦੇ ਵਿੱਚ ਬਰਾਬਰ ਦਾ ਜਜ਼ਬਾ ਦਿੱਤਾ ਗਿਆ ਹੈ, ਕਿ ਜਿਸ ਔਰਤ ਨੂੰ ਜਿਹੜਾ ਹੈ ਉਹ ਕਦੇ ਭਾਰਤ ਵਰਸ਼ ਦੇ ਵਿੱਚ ਇੱਕ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਸੀ, ਕਦੇ ਸਿੱਖ ਕੌਮ ਦੇ ਵਿੱਚ ਮਾਈ ਭਾਗੋ ਬਣ ਕੇ ਜਾਂ ਫਿਰ ਮਾਤਾ ਸਾਹਿਬ ਦੇਵਾਂ ਬਣ ਕੇ ਨਿਖਰ ਕੇ ਆਈਆਂ, ਹੈ ਨਾ। ਅਤੇ ਅੱਜ ਜਿਹੜੀਆਂ ਦੇਖੀਏ 40 ਮੁਕਤਿਆਂ ਵਾਲੀ ਪੜ੍ਹ ਲਈ ਆਪਾਂ ਪੂਰੀ ਸਟੋਰੀ, ਜਾਂ ਫਿਰ ਸਾਰਾ ਕੁਝ, ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਸਿੱਖੀ ਦੇ ਵਿੱਚ। ਬੇਬੇ ਨਾਨਕੀ ਜੀ ਤੋਂ ਲੈ ਕੇ ਅੱਜ ਤੱਕ ਹਰੇਕ ਔਰਤ ਦਾ ਬਹੁਤ ਉੱਚਾ ਦਰਜਾ ਹੈ, ਜਿੱਥੇ ਇਸਤਰੀ ਅਤੇ ਪੁਰਖ ਦੋਨਾਂ ਨੂੰ ਬਰਾਬਰ ਦਿੱਤਾ ਗਿਆ ਦਰਜਾ। ਕੀ ਹੋਇਆ ਜਦੋਂ ਹੁਣ ਤੁਸੀਂ ਮਹਾਰਾਜਾ ਰਣਜੀਤ ਸਿੰਘ ਵਾਲੀ ਗੱਲ ਜੀ ਅੱਜ ਛੇੜੀ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕੇ ਬਡਰੁੱਖਾਂ ਪਿੰਡ ਆਪਣਾ ਬਰਨਾਲੇ ਲਾਗੇ ਪੈਂਦਾ ਜੀ। ਸੰਤ ਬਾਬਾ ਅਤਰ ਸਿੰਘ ਜੀ ਦੇ ਜਿਹੜਾ ਉਹਨਾਂ ਦਾ ਡੇਰਾ, ਉਹਨਾਂ ਦੇ ਨੇੜੇ ਹੀ ਹੈ। ਹੁਣ ਕੀ ਹੋਇਆ, ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਨਾ ਜੀ, ਉਸ ਵੇਲੇ ਇੱਕ ਰੂਲ ਸੀ ਕਿ ਵੀ ਜਿਹੜੀਆਂ ਧੀਆਂ ਹੁੰਦੀਆਂ ਸੀ ਅਕਸਰ ਹੀ ਉਹ ਘੜਿਆਂ 'ਚ ਦਾ ਪਾ ਕੇ ਉਹਨੂੰ ਦੱਬ ਦਿੱਤਾ ਜਾਂਦਾ ਸੀ। ਅਤੇ ਜਦੋਂ ਬਾਬਾ ਗੁੱਦੜ ਸਿੰਘ ਜੀ, ਮੈਂ ਗੱਲ ਤੁਸੀਂ ਭਾਈ ਰੂਪ ਚੰਦ ਜੀ ਦੀ ਕੀਤੀ ਹੈ, ਅਤੇ ਮੈਂ ਇਹ ਦੱਸਣਾ ਚਾਹਾਂਗਾ ਭਾਈ ਰੂਪ ਚੰਦ ਜੀ ਦੇ ਵੰਸ਼ ਦੇ ਵਿੱਚੋਂ ਭਾਈ ਰੂਪ ਚੰਦ ਜੀ ਦੇ ਪੜਪੋਤੇ, ਭਾਈ ਧਰਮ ਸਿੰਘ ਜੀ ਦੇ ਪੋਤੇ ਅਤੇ ਭਾਈ ਰੂਪ ਚੰਦ ਜੀ ਦੇ ਪੜਪੋਤੇ ਬਾਬਾ ਗੁੱਦੜ ਸਿੰਘ ਜੀ ਨੇ ਜਦੋਂ ਉੱਥੇ ਗਏ ਬਡਰੁੱਖਾਂ, ਅਤੇ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਇੱਕ ਧੀ ਨੂੰ ਜਿਹੜਾ ਹੈ ਆਪਣੀ ਘੜੀ ਦੇ ਵਿੱਚ ਦੱਬਿਆ ਹੈ, ਮੈਂ ਇਸ ਘਰ ਦਾ ਖਾਣਾ ਵੀ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕਰਾਂਗਾ ਕਿ ਤੁਸੀਂ ਧੀਆਂ ਨੂੰ ਇੰਨਾ ਨੀਚਾ ਦਰਜਾ ਦਿੱਤਾ ਹੈ। ਕਹਿੰਦੇ ਜੀ, ਮੈਂ ਮਾਫੀ ਚਾਹਾਂਗਾ, ਮਤਲਬ ਜਿਹੜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਾਤਾ ਸਨ, ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਜਦੋਂ ਜਨਮ ਹੋਇਆ ਤਾਂ ਉਹਨਾਂ ਦੇ ਨਾਨਾ ਜਾਂ ਉਹਨਾਂ ਦੇ ਮਾਂ-ਬਾਪ ਜਿਹੜੇ ਨੇ, ਉਹਨਾਂ ਵੱਲੋਂ ਇਹ ਸੀ ਕਿ ਇਸ ਨੂੰ ਘੜੇ ਦੇ ਵਿੱਚ ਪਾ ਕੇ ਦੱਬ ਦਿੱਤਾ ਜਾਵੇ, ਕਿਉਂਕਿ ਜੀ ਬਿਲਕੁਲ। ਅਤੇ ਕੀ ਬਾਬਾ ਗੁੱਦੜ ਸਿੰਘ ਜੀ ਨੇ ਫਿਰ ਜਿਹੜੀ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਉਹ ਘੜੇ ਦੇ ਵਿੱਚੋਂ ਜਿਹੜਾ ਉਹ ਧੀ ਕਢਵਾਈ, ਅਤੇ ਉਹਨਾਂ ਨੇ ਕਿਹਾ ਇਸ ਦੇ ਕੁੱਖੋਂ ਇੱਕ
ਪੰਜਾਬ ਦਾ ਇਸ ਧਰਤੀ ਦਾ, ਉਹਨਾਂ ਨੇ ਕਿਹਾ ਕਿ ਵੀ ਇਸ ਧੀ ਦੀ ਕੁੱਖੋਂ ਇਸ ਧਰਤੀ ਦਾ ਉਹ ਜਾਬਾਜ਼ ਸੂਰਮਾ ਪੈਦਾ ਹੋਏਗਾ ਜਿਹੜਾ ਪੂਰੀ ਦੁਨੀਆ ਖੜ ਖੜ ਕੇ ਵੇਖੇਗੀ। ਤੇ ਅੱਜ ਜੇਕਰ ਗੱਲ ਕਰੀਏ ਉਹ ਜਾਬਾਜ਼ ਸੂਰਮਾ ਕੌਣ ਸੀ, ਉਹ ਸੀ ਸਿੱਖ ਰਾਜ ਦਾ ਸੰਸਥਾਪਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੱਗੇ ਅੰਗਰੇਜ਼ ਵੀ ਸਿਰ ਝੁਕਾਉਂਦੇ ਸੀ ਜੀ। ਤੇ ਅੱਜ ਕੱਲ ਉਸ ਮਹਾਪੁਰਖ ਦਾ ਵਧੇਰੀਆਂ ਸਟੇਜਾਂ ਤੋਂ ਜ਼ਿਕਰ ਨਹੀਂ ਕੀਤਾ ਜਾਂਦਾ, ਬਟ ਮੈਂ ਬੜੇ ਮਾਣ ਨਾਲ ਇੱਕ ਗੱਲ ਕਹਿ ਸਕਦਾ ਕਿ ਭਾਈ ਰੂਪ ਚੰਦ ਜੀ ਦੇ ਵੰਸ਼ ਨੇ ਜੋ ਇੱਕ ਦੁਬਾਰਾ, ਕਿਉਂਕਿ ਖੜੋਤ ਮੈਂ ਇੱਕ ਗੱਲ ਕਰਦਾ, ਸਾਡੇ ਸਿੱਖ ਇਤਿਹਾਸ ਦੇ ਵਿੱਚ ਨਾ ਬੜੀ ਖੜੋਤ ਆ ਜਾਂਦੀ ਹੈ। ਸਿੱਖ ਇਤਿਹਾਸ ਦੇ ਨਹੀਂ, ਦੁਨੀਆ ਦੇ ਹਰੇਕ ਇਤਿਹਾਸ 'ਚ ਖੜੋਤ ਆ ਜਾਂਦੀ ਹੈ। ਜਿਵੇਂ ਪਰਿਵਾਰ ਨੇ, ਕਈ ਪਰਿਵਾਰਾਂ ਦੇ ਵਿੱਚੋਂ ਸਿੱਖੀ ਟੁੱਟ ਜਾਂਦੀ ਹੈ, ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਕਿ ਜਿੱਥੇ ਦੁਬਦਾ ਦੂਰ ਹੁੰਦੀ ਹੈ ਨਾ ਉਹਦੇ ਨਾਲ ਹੀ ਜਿਹੜਾ ਹਿਸਟਰੀ ਆ ਉਹ ਰਿਟਰਨ ਲੈਂਦੀ ਹੈ, ਇਤਿਹਾਸ ਜਿਹੜਾ ਮੁੜ ਵਾਪਰਦਾ ਹੈ। ਇਸ ਗੱਲ ਦੀ ਐਗਜ਼ਾਮਪਲ ਜਿਹੜੇ ਅੱਜ ਸਾਡੀ ਨੌਜਵਾਨ ਪੀੜ੍ਹੀ ਸਮਝਦਾਰ ਹੈ ਉਹ ਲੈ ਵੀ ਸਕਦੀ ਹੈ, ਹਨਾ। ਤੇ ਇਤਿਹਾਸ ਦੁਆਰਾ ਵਾਪਰਦਾ ਹੀ ਵਾਪਰਦਾ ਹੈ। ਇਹ ਕਰੰਟ ਸਿਚੁਏਸ਼ਨ ਵੀ ਇਤਿਹਾਸ ਦੁਆਰਾ ਵਾਪਰ ਰਹੀ ਹੈ। ਤੇ ਜੇਕਰ ਅੱਜ ਔਰਤਾਂ ਦੀ, ਧੀਆਂ ਦੀ ਜਿਹੜੀ ਹੈ ਉਹ ਬੜੀ ਡਾਊਨ ਮੋਰਲ ਕਰ ਦਿੱਤਾ ਗਿਆ ਸੀ, ਉਸ ਵੇਲੇ ਉਹਨਾਂ ਦਾ ਦਰਜਾ ਘਟਾ ਦਿੱਤਾ ਗਿਆ ਸੀ, ਤੇ ਫਿਰ ਭਾਈ ਰੂਪ ਚੰਦ ਜੀ ਦੀ ਪੀੜ੍ਹੀ ਨੇ ਇੱਕ ਜਜ਼ਬਾ ਕਾਇਮ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਜੀ ਨੂੰ ਜਿਹੜਾ ਉਹ ਇੱਕ ਅਧਿਕਾਰ ਦਿਵਾ ਕੇ ਉਹ ਇੱਕ ਦੁਬਾਰਾ ਜਜ਼ਬਾ ਕਾਇਮ ਕੀਤਾ, ਜਿਹਦੇ ਥਰੂ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਜਨਮ ਲਿੱਤਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਤੇ ਮੈਂ ਇੱਕ ਹੋਰ ਜ਼ਿਕਰ ਕਰਾਂ, ਭਾਈ ਰੂਪ ਚੰਦ ਜੀ ਦੇ ਪਰਿਵਾਰ ਦੀ ਇੱਕ ਬੜੀ ਪ੍ਰਮੁੱਖ ਰਿਆਸਤ ਹੈ ਬਾਗੜੀਆਂ ਰਿਆਸਤ। ਸਾਨੂੰ ਨਾਭੇ ਬਾਰੇ ਪਤਾ ਹੈ, ਜੀਂਦ ਬਾਰੇ ਪਤਾ ਹੈ, ਪਟਿਆਲੇ ਬਾਰੇ ਪਤਾ ਹੈ, ਪਰ ਬਾਗੜੀਆਂ ਬਾਰੇ ਕਿਉਂ ਨਹੀਂ ਪਤਾ? ਤੁਸੀਂ ਦੇਖਦੇ ਹੋ ਪ੍ਰੈਜ਼ੀਡੈਂਟ ਲਾਈਟ ਕਰਦਾ ਬਾਡੀ ਨੂੰ, ਉਸ ਵੇਲੇ ਬਾਗੜੀਆਂ ਸਟੇਟ, ਬਾਗੜੀਆਂ ਇੱਕ ਐਸਟੇਟ ਸੀ, ਬਾਗੜੀਆਂ ਜਿਹੜਾ ਰਾਜ ਘਰਾਣਾ ਸੀ, ਜਿੰਨੇ ਵੀ, ਕਿਉਂਕਿ ਮੈਂ ਇੱਕ ਗੱਲ ਕਰਾਂ, ਇੱਕ ਬਾਬਾ ਬੁੱਢਾ ਜੀ ਹੋਏ ਨੇ ਜਿਨ੍ਹਾਂ ਨੇ ਗੁਰੂ ਸਾਹਿਬਾਨਾਂ ਦਾ ਤਿਲਕ ਦੀ ਰਸਮ ਨਿਭਾਈ ਹੈ, ਜਿਹੜੀ ਗੁਰਗੱਦੀ ਤਿਲਕ ਦੀ। ਦੂਜੇ ਹੋਏ ਨੇ ਭਾਈ ਰੂਪ ਚੰਦ ਜੀ ਜਿਨ੍ਹਾਂ ਨੇ ਗੁਰੂ ਘਰ ਦੀ ਵੱਡੀ ਸੇਵਾ ਨਿਭਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਨੰਦ ਕਾਰਜ ਵੀ ਭਾਈ ਰੂਪ ਚੰਦ ਜੀ ਦੇ ਪਰਿਵਾਰ ਨੇ ਹੀ ਕਰਵਾਏ, ਮਾਤਾ ਜੀਤ ਕੌਰ ਜੀ ਨਾਲ। ਬੜਾ ਵੱਡਾ ਇਤਿਹਾਸ ਹੈ ਭਾਈ ਰੂਪ ਚੰਦ ਜੀ ਦੇ। ਉਸ ਵੇਲੇ ਤੁਸੀਂ ਵੇਖੋ ਸਾਰੀ ਫੌਜ ਦਾ ਜਿਹੜਾ ਲੰਗਰ ਸੀ ਉਹ ਪਿੰਡ ਭਾਈ ਰੂਪੇ ਤੋਂ ਜਾਂ ਫਿਰ ਉੱਥੋਂ ਬਣ ਕੇ ਜਾਂਦਾ ਸੀ ਸਾਰਾ ਲੰਗਰ। ਭਾਈ ਰੂਪੇ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਸੈਂਟਰ ਸੀ ਜਿੱਥੇ ਗ੍ਰੰਥ ਰਚੇ ਜਾਂਦੇ ਸੀ। ਮਤਲਬ ਭਾਈ ਰੂਪਾ ਪਿੰਡ ਦੀ ਮੋੜੀ ਵੀ ਗੁਰੂ ਸਾਹਿਬ ਨੇ ਆਪ ਗੱਡੀ। ਮੈਂ ਗੱਲ ਕਰ ਰਿਹਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ। ਸਭ ਤੋਂ ਵੱਧ ਨਿਸ਼ਾਨੀਆਂ ਉਸ ਪਰਿਵਾਰ ਕੋਲ ਨੇ। ਉਸ ਪਰਿਵਾਰ ਦਾ ਸਿੱਖੀ ਦੇ ਨਾਲ ਬਹੁਤ ਹੀ ਗਹਿਰਾ ਸੰਬੰਧ ਹੈ, ਲੇਕਿਨ ਕਿੱਥੇ ਨਾ ਕਿੱਥੇ ਮੈਂ ਜ਼ਿਕਰ ਕਰਾਂਗਾ ਉਸ ਪਰਿਵਾਰ ਦੇ ਉੱਪਰ ਇਤਿਹਾਸਕਾਰਾਂ ਵੱਲੋਂ ਪੂਰਨ ਤੌਰ ਤੇ ਕੰਮ ਨਹੀਂ ਕੀਤਾ ਗਿਆ। ਇੱਕ ਕਿਤਾਬ ਛਾਪੀ ਸੀ ਗਿਆਨੀ ਗਿਆਨ ਸਿੰਘ ਜੀ ਨੇ, ਇਤਿਹਾਸ ਰਿਆਸਤ ਬਾਗੜੀਆਂ, ਜਿਹੜੀ 1917 ਛਪੀ, ਉਸ ਤੋਂ ਬਾਅਦ ਛਪੀ ਨਹੀਂ। ਪੂਰਨ ਤੌਰ ਤੇ ਕੰਮ ਨਹੀਂ ਹੋਇਆ ਇਸ ਪਰਿਵਾਰ ਦੇ ਉੱਪਰ ਕੀ ਕੁਝ ਰੈਲਿਕਸ ਨੇ ਉਹਨਾਂ ਦੇ। ਫਿਰ ਭਾਈ ਧਰਮ ਸਿੰਘ ਜੀ ਪੁੱਤਰ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ, ਅਸੀਂ ਦੇਖਦੇ ਹਾਂ ਕਿ ਕਮਰ ਕੱਸੇ ਵਾਲਾ ਗੁਟਕਾ ਸਾਹਿਬ ਤੇ ਕੁਝ ਸ਼ਸਤਰ ਦੇ ਕੇ ਨੰਦੇੜ ਤੋਂ ਤੋਰਿਆ ਸੀ। ਫਿਰ ਉੱਥੋਂ ਦੀ ਬਾਅਦ ਇਹ ਬਾਗੜੀਆਂ ਰਿਆਸਤ ਹੈ ਜਿਹੜੀ ਕਾਇਮ ਹੋਈ। ਜੇਕਰ ਭਾਈ ਰੂਪ ਚੰਦ ਜੀ ਗੁਰੂ ਸਾਹਿਬਾਨਾਂ ਦੀ ਸੇਵਾ ਕਰਦੇ ਸਨ, ਇੱਧਰ ਹੀ ਜਿਹੜੇ ਸਾਡੇ ਸਿੱਖ ਮਹਾਰਾਜੇ ਸੀ, ਰੈਜ਼ੋਲੂਸ਼ਨ ਪਾਸ ਸੀ ਕਿ ਜਿੰਨੇ ਵੀ ਸਿੱਖ ਮਹਾਰਾਜਿਆਂ ਦੇ ਰਾਜ ਤਿਲਕ ਸੀ ਉਹ ਇਹ ਪਰਿਵਾਰ ਕਰੇਗਾ, ਤੇ ਜਿੰਨੇ ਵੀ ਸਿੱਖ ਮਹਾਰਾਜਿਆਂ ਦੇ ਰਾਜ ਤਿਲਕ, ਉਹਨਾਂ ਦੀ ਗੱਦੀ, ਉਹਨਾਂ ਦੇ ਟਿੱਕਿਆਂ ਦੇ ਅਰਦਾਸਾਂ, ਜੋ ਵੀ ਕੁਛ ਹੈ ਉਹ ਇਹ ਪਰਿਵਾਰ ਕਰਦਾ ਆ ਰਿਹਾ। ਮੈਂ ਇੱਕ ਛੋਟੇ ਜਿਹੀ ਜ਼ਿਕਰ ਕਰਾਂ, ਮਹਾਰਾਜਾ ਰਿਪੂ ਦਮਨ ਸਿੰਘ ਪੈਸ਼ਨੇਟ, ਉਹ ਇੱਕ ਮਹਾਰਾਜਾ ਸੀ, ਸਾਡਾ ਸਿੱਖਾਂ ਦਾ ਪਿਆਰਾ ਰਾਜਾ ਜਿਸ ਨੂੰ ਅਸੀਂ ਨਾਮ ਗਿਣਦੇ ਹਾਂ। ਮਹਾਰਾਜਾ ਰਿਪੂ ਦਮਨ ਸਿੰਘ ਜੀ ਦੇ ਕਾਰਜਕਾਲ ਦੌਰਾਨ ਜਦੋਂ ਉਹਨਾਂ ਨੇ ਬਣਨਾ ਸੀ ਮਹਾਰਾਜਾ, ਕੋਰੋਨੇਸ਼ਨ ਹੋਣੀ ਸੀ, ਉਸ ਵੇਲੇ ਰੂਲ ਸੀ ਕਿ ਵਾਇਸਰੋਏ ਕੋਰੋਨੇਸ਼ਨ ਤੇ ਆਏਗਾ। ਲੇਕਿਨ ਉਹਨਾਂ ਨੇ ਇੱਕ, ਅੱਜ ਬਾਬਾ ਸੰਤ ਬਾਬਾ ਅਤਰ ਸਿੰਘ ਜੀ ਦੇ ਬਰਸੀ ਦੇ ਦਿਹਾੜੇ ਵੀ ਚੱਲ ਰਹੇ ਨੇ, ਉਸ ਵੇਲੇ ਇੱਕ ਰੈਜ਼ੋਲੂਸ਼ਨ ਪਾਸ ਹੋਇਆ ਕਿ ਅਸੀਂ ਕਿਸੇ ਗੈਰ ਸਿੱਖ ਕਾਨੂੰਨਾਂ ਦੇ ਆਧਾਰ ਤੇ ਆਪਣੀ ਕੋਰੋਨੇਸ਼ਨ ਨਹੀਂ ਕਰਨੀ। ਜਿਸ ਕਰਕੇ ਮੈਂ ਇੱਥੇ ਹਾਂ ਨਾ, ਮੈਂ ਉਸੇ ਧਰਮ ਦੇ ਖਾਤਰ, ਉਸੇ ਧਰਮ ਦੇ ਰੀਤੀ ਰਿਵਾਜਾਂ ਅਨੁਸਾਰ ਆਪਣੀ ਕੋਰੋਨੇਸ਼ਨ ਕਰਾਵਾਂਗਾ। ਤੇ ਕੋਰੋਨੇਸ਼ਨ ਦੇ ਲਈ ਚੁਣਿਆ ਗਿਆ ਭਾਈ ਸਾਹਿਬ ਭਾਈ ਅਰਜਨ ਸਿੰਘ ਜੀ ਬਾਗੜੀਆਂ ਵਾਲਿਆਂ ਨੂੰ। ਨਾਲ ਸੀ ਸੰਤ ਬਾਬਾ ਅਤਰ ਸਿੰਘ ਜੀ। ਅੰਗਰੇਜ਼ਾਂ ਦੇ ਖਿਲਾਫ ਜਾ ਕੇ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਅਰਜਨ ਸਿੰਘ ਬਾਗੜੀਆਂ ਜੀ, ਸੰਤ ਬਾਬਾ ਅਤਰ ਸਿੰਘ ਜੀ ਦੇ ਨਾਲ ਜਿਹੜਾ 24 ਜਨਵਰੀ ਨੂੰ 1911 ਦੀ ਮੈਂ ਗੱਲ ਕਰ ਰਿਹਾ, ਕੋਰੋਨੇਸ਼ਨ ਕਰਵਾਈ ਗਈ ਨਾਭਾ ਹੀਰਾ ਮਹਿਲ ਦੇ ਵਿੱਚ ਮਹਾਰਾਜਾ ਰਿਪੂ ਦਮਨ ਸਿੰਘ ਜੀ ਦੀ। ਹੋਰ ਵੀ ਹੁਣ ਵੀ ਤੁਸੀਂ ਵੇਖ ਲਓ, ਕੈਪਟਨ ਅਮਰਿੰਦਰ ਸਿੰਘ ਜੀ ਜੋ ਵੀ ਨੇ, ਮੈਂ ਉਹਨਾਂ ਦੀ ਪੋਲੀਟੀਕਲ ਕਰੀਅਰ ਦੀ ਗੱਲ ਨਹੀਂ ਕਰਾਂਗਾ ਇੱਥੇ, ਹੈ ਤੇ ਰਾਜਸ਼ਾਹੀ ਘਰਾਣੇ ਦੇ ਵਿੱਚੋਂ, ਬਾਬਾ ਆਲਾ ਸਿੰਘ ਜੀ ਦੇ ਘਰਾਣੇ ਦੇ ਵਿੱਚੋਂ ਅੱਜ ਉਹ 10ਵੇਂ ਮਹਾਰਾਜਾ ਨੇ, ਉਸ ਗੱਦੀ ਤੇ ਬੈਠੇ ਨੇ। ਅੱਜ ਤੱਕ ਉਹਨਾਂ ਦਾ ਪਰਿਵਾਰ ਇਹਨਾਂ ਦੇ ਪਰਿਵਾਰ ਤੋਂ ਅਰਦਾਸ ਕਰਾਉਂਦਾ।
ਸਾਰੇ ਪਰਿਵਾਰ ਨੇ ਜਿਹੜੇ ਨਾਭਾ ਪਰਿਵਾਰ ਲੈ ਲਓ, ਜੀਂਦ, ਕਪੂਰਥਲਾ, ਫਰੀਦਕੋਟ, ਕਲਸੀਆਂ, ਇਹ ਸਾਰੀਆਂ ਰਿਆਸਤਾਂ ਦੇ ਜਿਹੜੇ ਰਾਜ ਪ੍ਰਮੁੱਖ ਐਲਾਈਟ ਬਾਡੀ ਸੀ, ਜਿਹਨੂੰ ਅਸੀਂ ਜਿਵੇਂ ਕਹਿੰਦੇ ਨਾ ਇੱਕ ਪ੍ਰਾਈਮ ਮਿਨਿਸਟਰ ਹੁੰਦਾ ਹੈ, ਇੱਕ ਪ੍ਰੈਜ਼ੀਡੈਂਟ ਹੁੰਦਾ ਹੈ, ਕਿ ਹੁਣ ਜੇਕਰ ਕਿਸੇ ਮਿਨਿਸਟਰ ਨੇ ਸਹੁੰ ਚੁੱਕਣੀ ਹੈ, ਉਹ ਸੀਐਮ ਨਹੀਂ ਚੁਕਾਉਂਦਾ, ਉਹ ਰਾਜਾ ਨਹੀਂ ਚੁਕਾਉਂਦਾ, ਉਹ ਕੌਣ ਚੁਕਾਉਂਦਾ ਜੀ? ਗਵਰਨਰ। ਇਨ ਦਾ ਸੈਂਸ, ਜੇਕਰ ਮੈਂ ਨਿਊ ਪੀੜ੍ਹੀ ਨੂੰ ਸਮਝਾਵਾਂ, ਇੱਕ ਗਵਰਨਿੰਗ ਬਾਡੀ ਸੀ ਜਿਹੜੀ, ਉਹ ਗਵਰਨਿੰਗ ਬਾਡੀ ਭਾਵੇਂ ਕੋਈ ਵੀ ਰਾਜਾ ਹੋਵੇ, ਰਿਪੁਦਮਨ ਸਿੰਘ, ਲੇਕਿਨ ਉਹਦੇ ਬੈਕ ਤੇ ਜਿਹੜਾ ਉਸਦੀ ਕੋਰੋਨੇਸ਼ਨ ਕਰਨ ਦਾ ਸਾਰਾ ਰਿਵਾਜ ਸੀ ਉਹ ਨਿਭਾਉਂਦੀ ਸੀ ਬਾਗੜੀਆਂ ਸਟੇਟ, ਜਿਹੜੀ ਗੁਰੂ ਸਾਹਿਬ ਦੇ ਲੰਗਰ ਤੋਂ। ਮੈਂ ਕਿਤੇ ਛੋਟੀ ਜੀ ਗੱਲ ਕਰਾਂਗਾ, ਮਾਈ ਰੱਜੀ ਜੀ ਦਾ ਲੰਗਰ ਅੱਜ ਜਿਸ ਸਥਾਨ ਤੇ ਬੈਠੇ ਹਾਂ ਉੱਥੇ ਚੱਲਦਾ ਹੈ। ਅੱਜ ਬੜੇ ਸਾਰੇ ਕਹਿੰਦੇ ਨੇ ਜੀ ਵੀ ਗੁਰੂ ਤੇ ਸ਼ਰਧਾ ਖਤਮ ਹੋ ਚੁੱਕੀ ਹੈ ਸਾਡੀ। ਦੇਖੋ, ਇੱਕ ਮੈਂ ਪਿਛਲੀ ਵੀਡੀਓ 'ਚ ਵੀ ਜ਼ਿਕਰ ਕੀਤਾ ਸੀ ਕਿ ਵੀ ਦੇਖੋ, ਇਤਿਹਾਸ ਹੈ ਨਾ ਜਿਹੜਾ, ਜ਼ਰੂਰੀ ਹੈ ਕਿ ਅਸੀਂ ਉਸਨੂੰ ਪੜ੍ਹੀਏ, ਸੁਣੀਏ, ਵਿਚਾਰੀਏ, ਹੈ ਨਾ, ਵਿਚਾਰ ਕੇ ਉਹ ਕਰੀਏ, ਲੇਕਿਨ ਉਹਦੇ ਨਾਲ ਹੀ ਇੱਕ ਜ਼ਿਕਰ ਮਿਲਦਾ, ਜੇ ਅਸੀਂ ਗੁਰੂ ਤੇ ਸ਼ੰਕਾ ਕਰ ਲਈ, ਸਾਡੇ ਇਤਿਹਾਸ ਕੁਛ ਨਹੀਂ ਹੈ, ਗੁਰੂ ਸਾਹਮਣੇ ਕੁਛ ਵੀ ਵੱਡਾ ਨਹੀਂ। ਸਰਬ ਕਲਾ ਸਮਰੱਥ, ਤੁਸੀਂ ਕਿਹਾ ਸੀ ਕੁਛ ਵੀ ਕਰ ਸਕਦੇ ਨੇ। ਅੱਜ ਕੱਲ੍ਹ ਤੁਸੀਂ ਵੇਖ ਸਕਦੇ ਹੋ ਜਿਹੜੇ ਲੋਕ ਨਹੀਂ ਮੰਨਦੇ ਨਾ, ਕਦੀ ਬਾਗੜੀਆਂ ਆ ਕੇ ਵੇਖਿਓ, ਅੱਜ ਵੀ ਉਰੇ ਗਿੱਲੀ ਲੱਕੜਾਂ ਦਾ ਲੰਗਰ ਚੱਲਦਾ, ਸੁੱਕੀ ਲੱਕੜ ਨਹੀਂ ਚੱਲਦੀ। ਅੱਜ ਵੀ ਗਿੱਲੀ ਲੱਕੜ ਦਾ ਲੰਗਰ ਉਰੇ ਅੱਜ ਤੱਕ ਚੱਲਦਾ ਆ ਰਿਹਾ। ਤੇ ਕਿਸੇ ਨੂੰ ਸ਼ੱਕ ਹੈ ਤਾਂ ਜਾਓ ਪੇੜ ਵੱਢੋ ਤੇ ਪਾ ਕੇ ਵੇਖ ਲਓ ਜਲਦੀ ਹੈ ਜਾਂ ਨਹੀਂ ਜਲਦੀ। ਅੱਜ ਵੀ ਉਹ ਲੰਗਰ ਚੱਲਦਾ ਆ ਰਿਹਾ। ਤੁਸੀਂ ਵੇਖੋ ਲੰਗਰ, ਇਹਨਾਂ ਨੂੰ ਪੋਥੀ ਸਾਹਿਬ ਦੀ ਸੇਵਾ ਜਿਹੜੀ ਬਖਸ਼ੀ ਉਹਨਾਂ ਨੇ, ਗੁਰੂ ਗੋਬਿੰਦ ਸਿੰਘ ਜੀ ਦੀ ਪੋਥੀ ਸਾਹਿਬ, ਉਹਨਾਂ ਦੇ ਸ਼ਸਤਰ ਵਸਤਰ। ਫਿਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆ ਕੇ ਉਹਦੇ ਮੱਥਾ ਵੀ ਟੇਕ ਕੇ ਗਏ ਸੀ। ਤੇ ਜਿਵੇਂ ਕਿ ਇਹ ਪਰਿਵਾਰ ਹੈ ਦੱਸਦਾ ਹੈ ਕਿ ਉਸੇ ਕਾਲ ਦੇ ਕੁਝ ਰੈਲਿਕਸ ਨੇ, ਜਿਵੇਂ ਕਿ ਇਹ ਸਿਮਰ ਜੀ, ਆਪਾਂ ਥੋੜੇ ਇੱਧਰ ਭਾਈ ਦਿਲਾਵਰ ਸਿੰਘ ਜੀ ਨਾਲ ਗੱਲ ਕਰਨੀ ਚਾਹਾਂਗੇ। ਭਾਈ ਸਾਹਿਬ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਜੀ ਆਇਆਂ ਨੂੰ ਜੀ। ਸਿੰਘ ਸਾਹਿਬ, ਜਿਸ ਤਰ੍ਹਾਂ ਵਡਭਾਗੇ ਹੋ ਤੁਸੀਂ, ਗੁਰੂ ਸਾਹਿਬਾਨਾਂ ਨੂੰ ਤਿਲਕ ਦੀ ਗੱਲ ਕੀਤੀ ਜਾਂਦੀ ਹੈ, ਤਾਂ ਜਿੱਥੇ ਬਾਬਾ ਬੁੱਢਾ ਜੀ ਦਾ ਬੜਾ ਪਵਿੱਤਰ ਸਥਾਨ ਹੈ, ਤਾਂ ਉੱਥੇ ਹੀ ਭਾਈ ਰੂਪਚੰਦ ਜੀ ਜਿਹੜੇ ਨੇ, ਉਹਨਾਂ ਦਾ ਵੀ ਬਹੁਤ ਹੀ ਉੱਚਾ ਸਥਾਨ ਹੈ, ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਲਾਵਾਂ ਦੀ ਜਿਹੜੀਆਂ ਰਸਮਾਂ ਨੇ ਉਹਨਾਂ ਨੂੰ ਵੀ ਨਿਭਾਇਆ। ਤੇ ਤੁਹਾਡੇ ਉਹ ਵੱਡੇ ਸਨ, ਤੁਸੀਂ ਉਹਨਾਂ ਦੀ 13ਵੀਂ ਪੀੜ੍ਹੀ ਦੇ ਵਿੱਚੋਂ। ਕਿਸ ਤਰ੍ਹਾਂ ਦਾ ਲੱਗਦਾ ਅੱਜ ਇਸ ਇਤਿਹਾਸਕ ਪੱਖ ਤੋਂ ਜੇਕਰ ਵੇਖਿਆ ਜਾਵੇ? ਪਹਿਲੀ ਗੱਲ ਤਾਂ ਜੀ ਤੁਹਾਡਾ ਬਹੁਤ ਧੰਨਵਾਦ ਹੈ ਜੀ, ਖਾਸ ਕਰ ਸਿਮਰ ਜੀ ਦਾ, ਤੁਹਾਡੇ ਦਾ, ਜਿਹੜੇ ਤੁਸੀਂ ਤੁਹਾਡੇ ਪ੍ਰੈਸ ਰਾਹੀਂ ਮੈਂ ਸਾਰਿਆਂ ਨੂੰ ਨਮਸਕਾਰ ਹੋ ਕੇ ਆਪਣੇ ਪਰਿਵਾਰ ਬਾਰੇ ਗੱਲ ਦੱਸ ਸਕਦਾ ਜੀ। ਇਹ ਐਡਾ ਵੱਡਾ ਪਰਿਵਾਰ ਹੈ ਜੀ, ਬੜਾ ਮਾਣ ਹੁੰਦਾ ਜੀ ਕਿ ਮੈਂ ਇਸ ਘਰ 'ਚ ਜਨਮ ਲਿੱਤਾ, ਤੇ ਔਰ ਬੜੀ ਖੁਸ਼ੀ ਹੁੰਦੀ ਹੈ ਵੀ ਆ ਰਹਿ ਸਕਾਂ। ਪਰ ਇਸ ਖੁਸ਼ੀ ਨਾਲ ਇੱਕ ਜ਼ਿੰਮੇਵਾਰੀ ਵੀ ਆਉਂਦੀ ਹੈ, ਜਿਹੜੀ ਕਿ ਬਜ਼ੁਰਗਾਂ ਨੇ ਇੰਨੀ ਚਲੀ ਆ ਰਹੀ, ਵੱਡੀ ਲੰਬੀ ਹਿਸਟਰੀ ਚਲੀ ਆ ਰਹੀ ਹੈ, ਪ੍ਰਥਾ ਚਲੀ ਆ ਰਹੀ ਹੈ, ਉਹਨੂੰ ਬਰਕਰਾਰ ਰੱਖਣੀ ਹੈ ਜੀ। ਤੇ ਜਿਸ ਤਰ੍ਹਾਂ ਕਿ ਸਿਮਰ ਜੀ ਹੁਣੇ ਦੱਸ ਕੇ ਹਟੇ ਨੇ, ਹੁਣ ਜਿਵੇਂ ਜਦੋਂ ਆਪਣੇ ਮੇਰੇ ਬਜ਼ੁਰਗ ਆਪਣੇ ਬਾਬਾ ਗੁਰਦਿੱਤ ਸਿੰਘ ਜੀ ਨੇ, ਜਦੋਂ ਰਾਜਾ ਗਜਪਤ ਸਿੰਘ ਜੀ ਨੇ ਆਪਣੀ ਬੇਟੀ, ਉੱਥੇ ਕੋਈ ਸਮਾਗਮ ਸੀਗਾ ਜਿੱਥੇ ਉਹ ਗਏ ਹੋਏ ਸੀ, ਤੇ ਉਦੋਂ ਲੰਗਰ ਛਕਣ ਤੋਂ ਪਹਿਲਾਂ ਉਹਨੂੰ ਪਤਾ ਲੱਗਾ ਕਿ ਵੀ ਇੱਦਾਂ ਇੱਕ ਬੇਟੀ ਦਾ ਜਨਮ ਹੋਇਆ। ਤੇ ਰਾਜਾ ਗਜਪਤ ਸਿੰਘ ਜੀ ਜੋ ਨਾਨਾ ਜੀ ਸਨ ਰਣਜੀਤ ਸਿੰਘ ਜੀ, ਉਹਨਾਂ ਨੇ ਘੜੇ 'ਚ ਉਹਨੂੰ ਦੱਬਤਾ ਸੀਗਾ। ਤੇ ਉਦੋਂ ਇਹ ਵੇਖ ਕੇ ਵੀ ਆਪਾਂ ਇਸ ਨੂੰ ਕਿਉਂ ਮਰ ਰਹੇ ਹਾਂ, ਕਿਉਂਕਿ ਇਸ ਪ੍ਰਥਾ ਚਲੀ ਹੋਈ ਹੈ। ਜੋ ਸਤਿਗੁਰਾਂ ਨੇ ਬਾਣੀ 'ਚ ਇਹ ਲਿਖਿਆ, ਸੋ ਕਿਉਂ ਮੰਦਾ ਆਖੀਏ ਜਿਸ ਜੰਮੇ ਰਾਜਾਨ। ਤੇ ਤੁਸੀਂ ਇਹ ਜਿਹਨੂੰ ਕਰਨੇ, ਜਿਸ ਕੁੱਖੋਂ ਇੱਕ ਰਾਜੇ ਨੇ ਜਨਮ ਲੈਣਾ ਤੇ ਇੱਕ ਇਤਿਹਾਸ ਬਦਲਣਾ ਤੇ ਸਿੱਖ ਦਾ ਨਾਮ ਹੋਣਾ। ਤੇ ਉਹਨਾਂ ਦਾ ਹੀ ਵਰ ਜੋ ਪੂਰਾ ਹੋਇਆ। ਤੇ ਅੱਗੇ ਜਦੋਂ ਸੁੱਕਰ ਚੱਕੇ ਮਿਸਲ ਦੇ ਨਾਲ ਆਪਣੇ ਵਿਆਹੀ ਗਏ ਰਾਜਕੌਰ ਜੀ, ਅੱਗੇ ਰਣਜੀਤ ਸਿੰਘ ਦਾ ਜਨਮ ਹੋਇਆ। ਉਹ ਸਭ ਜਾਣਦੇ ਆ ਜੀ, ਪਹਿਲੇ ਰਾਜੇ ਬਣੇ। ਪਰ ਉਸ ਤੋਂ ਬਾਅਦ ਉਹ ਰਣਜੀਤ ਸਿੰਘ ਆਪਣੇ ਸ਼ੁਕਰਾਨੇ ਵਾਸਤੇ ਇੱਥੇ ਬਾਗੜੀਆਂ ਆਏ, ਲੰਗਰ ਮੱਥਾ ਟੇਕ ਕੇ ਗਏ। ਸਾਡੇ ਬਜ਼ੁਰਗ ਭਾਈ ਬਹਾਦਰ ਸਿੰਘ ਸਨ, ਉਦੋਂ 500 ਮਣ ਇਹਨਾਂ ਨੇ ਨਮਕ ਮੱਥਾ ਟੇਕਿਆ ਜੀ। ਕੁਛ ਇਹਨਾਂ ਨੇ ਹੋਰ ਇੱਕ ਹੱਥ ਵਿੱਚ ਲਿਖਤ ਬੀੜ ਦਿੱਤੀ ਜਿਹੜੀ ਉਸ ਵੇਲੇ ਦੀ। ਕੁਛ ਉਹਨਾਂ ਜ਼ਮਾਨੇ ਦੇ ਸ਼ਸਤਰ ਹੈਗੇ ਹਨ ਜੀ। ਪਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜਿੱਥੋਂ ਉਹਨਾਂ ਦਾ ਜਨਮ ਹੋਇਆ, ਹੋਇਆ ਉਸ ਥਾਂ 'ਤੇ ਆ ਕੇ ਉਹ ਮੱਥਾ ਟੇਕ ਕੇ ਗਏ, ਔਰ ਇਹ ਪ੍ਰਥਾ ਨੂੰ ਮੰਨਦੇ ਆਏ ਨੇ। ਬਾਕੀ ਜਿਸ ਤਰ੍ਹਾਂ ਸਿਮਰ ਜੀ ਨੇ ਦੱਸਿਆ ਕਿ ਇਹ 6ਵੇਂ ਮਹਾਰਾਜ ਦਾ ਬਖਸ਼ਿਆ ਹੋਇਆ ਲੰਗਰ ਹੈ ਜੀ। ਆਮ ਤੌਰ 'ਤੇ ਜਿੱਥੇ ਤੁਸੀਂ ਦੇਖੋਗੇ ਨੇ, ਉੱਥੇ ਗੁਰਦੁਆਰੇ ਦੇ ਨਾਲ ਲੰਗਰ ਹੁੰਦਾ ਜੀ। ਸਾਡੇ ਹੀ ਇੱਕ ਜਗ੍ਹਾ ਪ੍ਰਥਾ ਹੈ ਜੀ, ਕਹੇਗੀ ਜੇ 6ਵੇਂ ਮਹਾਰਾਜ ਨੇ ਸਾਨੂੰ ਲੰਗਰ ਚਲਾਉਣ ਦੀ ਪ੍ਰਥਾ ਕੀਤੀ ਹੈ। ਸਾਡੇ ਲੰਗਰ ਹੈ ਜੀ, ਇਕੱਲਾ ਗੁਰਦੁਆਰਾ ਨਹੀਂ ਹੈ। ਅਤੇ ਗੁਰਦੁਆਰੇ ਨੂੰ ਦੀਵਾਨਖਾਨਾ ਕਿਹਾ ਜਾਂਦਾ ਹੈ। ਔਰ ਇੱਥੇ ਜਿਵੇਂ ਗ੍ਰਿਫਿਨ ਤੇ ਹੋਰ ਦੋ ਨੇ ਲਿਖਿਆ ਹੋਇਆ, ਤੇ ਉੱਥੇ ਕਿ ਸਤਿਗੁਰਾਂ ਦੇ ਰੂਪ ਬਣਿਆ, ਵੈਟ ਐਂਡ ਗ੍ਰੀਨ ਸ਼ੈਲ ਬਰਨ। ਇੱਥੇ ਗਿੱਲਾ ਬਾਲਣ ਵੀ ਬਲਦਾ। ਗਿੱਲਾ ਮਤਲਬ ਕਿ ਚਾਹੇ ਉਹ ਬਾਰਿਸ਼ ਪਈ ਹੋਵੇ ਜਾਂ ਲੱਕੜ ਰਾਣਾ ਕੱਟਿਆ ਹੋਵੇ, ਵੀ ਇਹ ਹੈ ਕਿ ਲੰਗਰ ਦੀ ਖੜਤ ਨਾ ਪਵੇ। ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ, ਮਿਹਰ ਹੈ ਕਿ ਇਹ ਨਹੀਂ ਹਰ ਪਾਸੇ ਜਿੱਥੇ ਲੰਗਰ ਪੱਕਦਾ ਜੀ ਸੰਗਤ ਵਾਸਤੇ, ਉਹਦੇ ਹਰਾ ਟਾਣਾ ਵੱਢ ਕੇ ਵੀ ਪਾ ਦਿਓ, ਜਾਂ ਕੋਈ ਬਾਰਿਸ਼ ਪੈਂਦੀ ਹੋਵੇ, ਗਿੱਲੀ ਹੋਵੇ, ਤੇ ਸੰਗਤ ਦੀ ਖੜਤ ਨਹੀਂ ਪੈਂਦੀ ਜੀ। ਸਿੰਘ ਸਾਹਿਬ, ਜਿਸ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੋਵੇਗਾ
ਕਿ ਮੇਰੀ ਮਾਤਾ ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਉਹਨਾਂ ਨੂੰ ਘੜੇ ਦੇ ਵਿੱਚ ਦੱਬ ਦਿੱਤਾ ਗਿਆ ਸੀ ਨਾਨਾ ਜੀ ਹੋਰਾਂ ਨੇ, ਕਿਉਂਕਿ ਉਸ ਤਰ੍ਹਾਂ ਦੇ ਜਿਵੇਂ ਦੇ ਪੁਰਾਣੇ ਵਿਚਾਰ ਸਨ, ਪੁਰਾਣੀ ਰਸਮਾਂ ਆ ਰਹੀਆਂ ਸਨ, ਉਸ ਤਰ੍ਹਾਂ ਉਹਨਾਂ ਨਾਲ ਹੋਇਆ। ਤੇ ਅਚਾਨਕ ਹੀ ਤੁਹਾਡੇ ਜਿਹੜੇ ਨੇ, ਜਾਂ ਕਹਿ ਲਈਏ ਮਹਾਂਪੁਰਖ ਸਾਡੇ ਵਾਸਤੇ, ਜਦੋਂ ਤੁਹਾਡੇ ਵੱਡੇ ਆਏ ਨੇ ਉਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ, ਤਾਂ ਉਹਨਾਂ ਨੇ ਉਹਨਾਂ ਨੂੰ ਘੜੇ ਦੇ ਵਿੱਚੋਂ ਬਾਹਰ ਕਢਵਾਇਆ, ਮਹਾਰਾਜਾ ਰਣਜੀਤ ਸਿੰਘ ਜੀ ਦੇ ਮਾਤਾ ਰਾਜ ਕੌਰ ਜੀ ਹੋਰਾਂ ਨੂੰ। ਤੇ ਉਸ ਤੋਂ ਬਾਅਦ ਸ਼ੁਕਰਾਨੇ ਵਜੋਂ ਉਹ ਤੁਹਾਡੀ ਇਸ ਹਵੇਲੀ 'ਚ, ਕਹਿ ਲਈਏ ਇਸ ਸਲਤਨਤ ਦੇ ਵਿੱਚ ਇੱਥੇ ਪਹੁੰਚੇ ਨੇ। ਤਾਂ ਅੱਜ ਸਿੰਘ ਸਾਹਿਬ, ਜਿਹੜਾ ਤੁਹਾਡਾ ਪਰਿਵਾਰ ਹੈ, ਤੁਹਾਨੂੰ ਇਸ ਟਾਈਮ ਦੁਨੀਆ ਦੇ ਸੁਣ ਰਹੀ ਹੈ, ਤਾਂ ਭਾਈ ਦਿਲਾਵਰ ਸਿੰਘ ਜੀ, ਅੱਜ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ, ਕਿਸ ਤਰ੍ਹਾਂ ਮਤਲਬ ਕਿ ਰਹਿ ਰਹੇ ਨੇ, ਕਿਸ ਤਰ੍ਹਾਂ ਗੁਜ਼ਰ ਬਸਰ ਹੋ ਰਿਹਾ ਹੈ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਗੁਜ਼ਰ ਬਸ ਬਹੁਤ ਗੁਰੂ ਦੀ ਕਿਰਪਾ ਵੱਡੀ ਰਹੀ ਹੈ ਜੀ। ਜਿਸ ਤਰ੍ਹਾਂ ਕਿ ਪੁਰਾਣੀ ਗੱਲਾਂ ਕਰਦੇ ਆਈਏ ਤਾਂ ਆਪਾਂ ਹੁੰਦੇ ਮੌਕੇ ਦੀ ਵੇਲ ਕਰਾਂ ਜੀ। ਮੈਂ ਜੀ ਭਾਈ ਅਸ਼ੋਕ ਸਿੰਘ ਜੀ ਦਾ ਬੇਟਾ, ਤੇ ਜਦੋਂ ਅਕਾਲੀ ਦਲ ਆਪਸ ਫਟੇ ਹੋਏ ਸੀ ਤੇ ਇੱਕ ਅਕਾਲ ਤਖਤ ਵੱਲੋਂ ਇੱਕ ਕਮੇਟੀ ਬਣੀ ਸੀ, ਅਕਾਲੀ ਯੂਨਿਟੀ ਪੈਨਲ ਬਣਾਇਆ ਗਿਆ ਸੀ, ਤੇ ਬੜਾ ਮਾਣ ਸੀ ਕਿ ਮੇਰੇ ਫਾਦਰ ਸਾਹਿਬ ਨੂੰ ਉਸ ਗੱਲ ਦਾ ਕਨਵੀਨਰ ਬਣਾਇਆ ਗਿਆ। ਔਰ ਸਾਰੇ ਅਕਾਲੀ ਦਲਾਂ ਨੇ, ਮਤਲਬ ਇਹ ਮੇਰੇ ਕਰਕੇ ਨਹੀਂ ਜਾਂ ਕਿਸੇ ਕਰਕੇ ਜਾਂ ਫਾਦਰ ਸਾਹਿਬ ਕਰਕੇ, ਇਸ ਪਰਿਵਾਰ ਨੂੰ ਮੁੱਖ ਮੰਨਦੇ ਹੋਏ ਟੌੜਾ ਸਾਹਿਬ, ਬਾਦਲ ਸਾਹਿਬ, ਮਾਨ ਸਾਹਿਬ, ਸਾਰੇ ਪੰਥਾਂ ਨੇ ਇਹ ਲਿਖ ਕੇ ਦਿੱਤਾ ਸੀ ਵੀ ਜੋ ਭਾਈ ਸਾਹਿਬ ਫੈਸਲਾ ਕਰ ਦੇਣਗੇ ਸਾਨੂੰ ਮਨਜ਼ੂਰ ਹੈ। ਔਰ ਉਹ ਬਜ਼ੁਰਗਾਂ ਦੀ ਇੱਕ ਸੀਗਾ, ਜਦੋਂ 94 ਦੀ ਇਲੈਕਸ਼ਨਾਂ ਹੋਈਆਂ ਨੇ, ਇਹ ਸਾਰਾ ਅਕਾਲੀ ਦੌਰਾ ਇਕੱਠਾ ਹੋ ਸਕਿਆ। ਉਹ ਸਿਰਫ ਇਸੇ ਕਰਕੇ ਸੀ ਕਿ ਸਾਰੇ ਬਜ਼ੁਰਗਾਂ ਦੇ ਇੰਨੀ ਮਾਣ ਸੀ ਸਭ ਨੂੰ, ਔਰ ਇਸ ਖੜਦੇ ਰਹੇ ਨੇ, ਕੋਈ ਕਿਸੇ ਦਾ ਇੱਕ ਪੱਖਪਾਤ ਨਹੀਂ ਕੀਤਾ। ਤੇ ਉਹ ਜਿਹੜੀ ਸੰਨ 94 'ਚ ਸਾਰੇ ਅਕਾਲੀ ਦਲ ਦੌਰਾ ਇਕੱਠਾ ਹੋ ਕੇ ਚੱਲਿਆ ਸੀ, ਉਹ ਬਜ਼ੁਰਗਾਂ ਦੀ ਕਰਕੇ ਹੀ ਚੱਲਿਆ ਸੀ ਜੀ। ਤੇ ਹੁਣ ਤਾਇਆ ਜੀ ਗੁਜ਼ਰ ਚੁੱਕੇ ਹਨ, ਉਹਨਾਂ ਦੇ ਇੱਕ ਵੱਡੇ ਬੇਟੇ ਨੇ ਜੀ ਭਾਈ ਜਵਾਰ ਸਿੰਘ, ਇੱਕ ਉਹ ਪਰਿਵਾਰ ਹੈ ਜੀ। ਉਸ ਤੋਂ ਛੋਟੇ ਮੇਰੇ ਫਾਦਰ ਸਾਹਿਬ ਨੇ ਜੀ ਭਾਈ ਅਸ਼ੋਕ ਸਿੰਘ, ਮੇਰੇ ਵੱਡੇ ਬ੍ਰਦਰ ਨੇ ਜੀ, ਉਹ ਮਰਚੈਂਟ ਨੇਵੀ ਸੀਗੇ, ਉਹ ਚੰਡੀਗੜ੍ਹ ਰਹਿੰਦੇ ਨੇ ਜੀ। ਤੇ ਮੈਂ ਕੈਨੇਡਾ ਛੱਡ ਕੇ ਵਾਪਸ ਬਜ਼ੁਰਗਾਂ ਦੀ ਯਾਦਗਾਰ ਨੂੰ ਤਾਜ਼ਾ ਰੱਖਦੇ ਹੋਏ ਉਹਦੀ ਪ੍ਰਥਾ ਚਾਲੂ ਰੱਖਣ ਵਾਸਤੇ ਮੈਂ ਬਾਗੜੇ ਰਹਿਣਾ ਜੀ। ਚਾਚਾ ਜੀ ਨੇ ਜੀ, ਉਹਨਾਂ ਦੀ ਕੋਈ ਬੇਟਾ ਕੋਈ ਨਹੀਂ ਹੈ ਜੀ। ਸਿੰਘ ਸਾਹਿਬ, ਜਿਸ ਤਰ੍ਹਾਂ ਤੁਹਾਡੀ ਤੁਸੀਂ ਗੱਲ ਕਰੀਏ ਕਿ ਮੈਂ ਕੈਨੇਡਾ ਛੱਡ ਕੇ ਇੱਥੇ ਆ ਗਿਆ ਵਾਂ, ਅੱਜ ਤੁਸੀਂ ਬੇਸ਼ੱਕ ਇੱਕ ਵੱਡਾ ਘਰਾਨਾ ਤੁਹਾਡਾ, ਤੁਹਾਡੇ ਪਿੱਛੇ ਜਿਹੜੀਆਂ ਖੜੀਆਂ ਕੰਧਾਂ ਉਹੀ ਬਹੁਤ ਕਹਾਣੀ ਬਿਆਨ ਕਰ ਰਹੀਆਂ ਨੇ। ਇਤਿਹਾਸਕ ਸਿੱਖ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਨਾਲ ਵੀ ਸਿੱਧਾ ਹੀ ਸੰਬੰਧ ਹੈ। ਭਾਈ ਰੂਪ ਚੰਦ ਜੀ ਤੋਂ ਅੱਜ 13ਵੀਂ ਪੀੜ੍ਹੀ 'ਚ ਅਸੀਂ ਇੱਥੇ ਬੈਠੇ ਤੁਹਾਡੇ ਸਾਹਮਣੇ ਬੈਠਿਆਂ ਤੁਹਾਡੇ ਦਰਸ਼ਨ ਕਰ ਰਹੇ ਹਾਂ। ਤਾਂ ਕਿਤੇ ਨਾ ਕਿਤੇ ਜਿਹੜਾ ਅੱਜ ਦਾ ਪੰਜਾਬ ਹੈ, ਅਜੋਕਾ ਪੰਜਾਬ ਹੈ, ਇੱਥੋਂ ਲੋਕ ਜਿਹੜੇ ਨੇ ਹਿਜਰਤ ਕਰ ਰਹੇ ਨੇ, ਵਿਦੇਸ਼ਾਂ ਨੂੰ ਜਾ ਰਹੇ ਨੇ। ਤੇ ਤੁਹਾਡਾ ਪਰਿਵਾਰ ਵੀ ਬਾਹਰ ਕੈਨੇਡਾ ਦੇ ਵਿੱਚ, ਹੋਰ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਕਿਤੇ ਵੀ ਘੁੰਮਣਾ ਫਿਰਨਾ, ਉਹ ਜਿਵੇਂ ਕਹਿ ਜਾਂਦੇ ਨੇ ਨਾ ਵੀ ਦੇਸੀ ਭਾਸ਼ਾ 'ਚ ਵੀ ਇੱਕ ਖੱਬੇ ਹੱਥ ਦਾ ਕੰਮ ਹੈ ਸੰਸਾਰ 'ਚ ਘੁੰਮਣਾ ਤੁਹਾਡੇ ਵਾਸਤੇ। ਤੁਸੀਂ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਹੋ, ਤੁਸੀਂ ਵਾਪਸ ਇਸ ਹਵੇਲੀ 'ਚ ਆਣ ਕੇ ਰਹਿ ਰਹੇ ਹੋ, ਤੁਹਾਡੇ ਹੋਰ ਜਿੱਥੇ ਵੀ ਰਹਿਣ ਬਸੇਰੇ ਹੁੰਦੇ ਨੇ ਅਲੱਗ-ਅਲੱਗ ਥਾਵਾਂ ਤੋਂ ਤੁਸੀਂ ਇੱਥੇ ਘੁੰਮਦੇ ਹੋ ਆਪਣੇ ਪੰਜਾਬ 'ਚ ਆਣ ਕੇ। ਜਿਹੜੇ ਬੱਚੇ ਉਧਰ ਨੂੰ ਦੌੜ ਲੱਗ ਗਈ ਹੈ, ਵਿਦੇਸ਼ਾਂ ਨੂੰ ਜਾ ਰਿਹਾ, ਪੰਜਾਬ ਖਾਲੀ ਹੋ ਰਿਹਾ, ਜਵਾਨੀ ਜਿਹੜੀ ਹੈ, ਛੋਟੀ ਉਮਰ ਦੇ ਸਿੰਘ ਸਾਹਿਬ ਜਿਹੜੇ ਬੱਚੇ ਨੇ ਨਾ, ਉਹਨਾਂ ਦੀ ਗਿਣਤੀ ਬੜੀ ਘੱਟ ਹੈ ਇੱਥੇ। ਜੇ ਹੁਣ ਵੇਖਿਆ ਜਾਵੇ, ਬੱਚਾ +2 ਕਰਦਾ ਨਾਲ ਦੀ ਨਾਲ ਬਾਹਰ ਨੂੰ, ਚਾਹੇ ਕਿਸੇ ਦੇਸ਼ 'ਚ ਵੀ ਉਹ ਚਲਾ ਜਾਵੇ। ਗੁਰੂ ਸਾਹਿਬਾਨਾਂ ਨੇ ਜਾਂ ਸਿੰਘ ਸਾਹਿਬਾਨਾਂ ਨੇ ਕਿੰਨੀਆਂ ਸ਼ਹੀਦੀਆਂ ਦੇ ਕੇ, ਕਿੰਨੀਆਂ ਘਾਲਣਾ ਘਾਲ ਕੇ ਜਿੱਥੇ ਮਨੁੱਖਤਾ ਦੀ ਰਾਖੀ ਕੀਤੀ, ਉੱਥੇ ਇਸ ਪੰਜਾਬ ਨੂੰ ਵੀ ਵਸਾਇਆ, ਇਸ ਧਰਤੀ ਨੂੰ ਵੀ ਵਸਾਇਆ। ਕਿਵੇਂ ਦਾ ਲੱਗਦਾ ਫਿਰ ਹੁਣ ਜੇ ਇਹਨਾਂ ਦੋਨੇ ਪੱਖ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ? ਬਹੁਤ ਦੁੱਖ ਹੁੰਦਾ ਹੈ ਜੀ ਕਿ ਜਿੱਥੇ ਇੱਕ ਜ਼ਮਾਨਾ ਹੁੰਦਾ ਸੀ ਕਿ ਆਪਾਂ ਨੂੰ ਸਿੱਖਾਂ ਦਾ ਇਹ 5 ਦਰਿਆਵਾਂ ਦੀ ਧਰਤੀ ਪੰਜਾਬ ਨਾਲ ਮਾਣ ਨਾਲ ਕਹਿੰਦੇ ਸੀ, ਪਰ ਉਹਨੂੰ ਸਭ ਬੱਚੇ ਬਾਹਰ ਜਾਣ ਲੱਗ ਪਏ। ਉਹਨਾਂ ਦੀ ਵੀ ਕੁਛ ਹੱਦ ਤੱਕ ਸਹੀ ਹੈ ਮਾਪਿਆਂ ਦੀ ਸੋਚ, ਕਿਉਂਕਿ ਇੱਕ ਨਸ਼ੇ ਨੇ ਇੰਨਾ ਬੇੜਾ ਗਰਕ ਕਰਤਾ ਸਾਰੇ ਇਲਾਕੇ ਦਾ ਕਿ ਉਹ ਬੱਚੇ ਮਾਪਿਓ ਆਪਣੇ ਬੱਚੇ ਨੂੰ ਗਲਤ ਪਾਸੇ ਨਾ ਜਾਂਦੇ ਹੋਏ ਦੇਖਦੇ ਹੋਏ ਚੱਲ ਰਹੇ ਆ। ਪਰ ਕਿਤੇ ਨਾ ਕਿਤੇ ਸਾਡੇ ਮਾਪਿਆਂ ਦੀ ਵੀ ਗਲਤੀ ਇਹੀ ਹੈ ਕਿ ਕਿਉਂ ਆਪਾਂ ਅਗਲੀ ਪੀੜ੍ਹੀ ਨੂੰ ਨਹੀਂ ਸੰਭਾਲ ਸਕਦੇ, ਉਹ ਇੱਕ ਆ ਦੂਜਾ ਦੇਖ ਦੁੱਖ ਕੇ ਕਰਕੇ ਚਲੇ ਜਾ ਰਹੇ ਆ। ਮੈਨੂੰ ਤਾਂ ਸਭ ਤੋਂ ਵੱਡੀ ਖੁਸ਼ੀ ਇਹ ਹੁੰਦੀ ਕਿ ਸਤਿਗੁਰਾਂ ਨੇ ਕਿਰਪਾ ਕੀਤੀ, ਜਿਸ ਤਰ੍ਹਾਂ ਕਿ ਟਿੱਕਾ ਸਿਮਰ ਸਿੰਘ ਨਾਲ ਬੈਠੇ ਨੇ ਜੀ, ਇਹ ਐਡੀ ਛੋਟੀ ਉਮਰ ਦੇ ਵਿੱਚ ਇਹਨਾਂ ਨੂੰ ਮੈਂ ਜਦੋਂ ਵੀ ਦੇਖਦਾ ਦਰਸ਼ਨ ਹੁੰਦੇ ਨੇ, ਮੈਨੂੰ ਜੀ ਬੁੱਢਾ ਜੀ ਯਾਦ ਆਉਂਦੇ ਵੀ ਜਿਵੇਂ ਇੰਨੀ ਛੋਟੀ ਉਮਰੇ ਇੰਨੀ ਉਹਨਾਂ ਦੀ ਭਗਤੀ ਸੀ ਤੇ ਨਿਭਾ ਸੀ। ਤੇ ਇਸ ਰੂਪ ਦੇ 16 ਸਾਲ ਦੇ ਹਨ ਤੇ ਇਹਨਾਂ ਦੀ ਜੋ ਪ੍ਰਾਪਤੀ ਹੈ, ਮੈਂ ਕਿਹਾ ਮੈਂ 60 ਸਾਲ ਦਾ ਹੋ ਚੱਲਿਆ ਤੇ ਮੈਂ ਇਹਨਾਂ ਦੀ 10ਵੇਂ 'ਚ ਵੀ ਨਹੀਂ ਹੈਗਾ। ਪਰ ਜਿਸ ਤਰ੍ਹਾਂ ਕਿ ਟਿੱਕਾ ਸਾਹਿਬ ਨੇ ਇੰਨਾ ਮੈਨੂੰ ਹੌਸਲਾ ਅਫਜ਼ਾਈ ਮਿਲਦੀ ਹੈ, ਮੈਨੂੰ ਮਾਣ ਹੁੰਦਾ ਹੈ ਕਿ ਇਸ ਪਰਿਵਾਰ ਦੇ ਹੋਣ ਕਰਕੇ ਮੈਨੂੰ ਆਉਂਦੇ ਨੇ ਮਿਲਾਉਂਦੇ, ਮੈਨੂੰ ਇਹਨਾਂ ਤੋਂ ਸੇਧ ਦਰਸ਼ਨ ਮਿਲਦੀ ਹੈ, ਆਪਣੇ ਪਰਿਵਾਰ ਬਾਰੇ ਸਿੱਖਣ ਨੂੰ ਹੋਰ ਮਿਲਦਾ ਹੈ, ਔਰ ਬੜਾ ਮਾਣ ਹੁੰਦਾ ਕਿ ਸਾਡਾ ਸਿੱਖ ਧਰਮ ਹੈ ਕੀ ਕੁਛ। ਪਰ ਜੇ ਇੱਦਾਂ ਆਪਾਂ ਚੱਲੀਏ, ਆਪਣਾ ਸਿੱਖੀ ਪ੍ਰਚਾਰ ਕਰੀਏ, ਸਿੱਖ ਧਰਮ ਬਚਾਈਏ ਔਰ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਕਰ ਸਕੀਏ, ਤਾਂ ਸਭ ਤੋਂ ਵੱਡੀ ਦੇਣ ਆਪਣੀ ਇਹੀ ਹੋਏਗੀ ਜੇ ਆਪਾਂ ਆਪਣੀ ਡਿਊਟੀਆਂ ਤੋਂ ਬੇਮੁਖ ਨਾ ਹੋਈਏ। ਜਿਵੇਂ ਤੁਸੀਂ ਗੱਲ ਕੀਤੀ ਹੈ ਸਿਮਰ ਸਿੰਘ ਹੋਰਾਂ ਦੀ, ਉਮਰ ਛੋਟੀ ਹੈ, ਕੰਮ ਜਿਹੜੇ ਬੜੇ ਵੱਡੇ ਨੇ, ਇੱਥੋਂ ਤੱਕ ਕਿ ਕਿਸੇ ਵਧੀਆ ਤੋਂ ਵਧੀਆ ਆਫੀਸਰ ਹੈ ਜਾਂ ਫਿਰ ਕੋਈ ਰਾਜਨੇਤਾ ਕਿਉਂ ਨਹੀਂ,
ਉਸ ਨੇ ਸਟੇਟ ਦੇ ਮੁੱਖ ਮੰਤਰੀ ਨੂੰ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ ਹੋਵੇ ਤਾਂ ਬੜੇ ਉਹਨੂੰ ਪਾਪੜ ਵੇਲਣੇ ਪੈਂਦੇ ਨੇ, ਫਿਰ ਉੱਥੋਂ ਤੱਕ ਜਾਂਦੇ ਨੇ, ਉਹ ਵੀ ਕਈਆਂ ਦੇ ਭਾਗਾਂ 'ਚ ਨਹੀਂ। ਉਮਰ 16 ਸਾਲ ਹੈ ਤੇ ਇਸ ਨੂੰ ਚਾਹੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ, ਦੇਸ਼ ਦੇ ਪ੍ਰਧਾਨ ਮੰਤਰੀ ਨੇ, ਰਾਸ਼ਟਰਪਤੀ ਨੇ, ਸਾਰੇ ਪਾਸੇ ਹੀ ਇਸ ਨੂੰ ਜੀ ਆਇਆਂ ਕਿਹਾ ਜਾਂਦਾ ਹੈ। ਤੇ ਤੁਹਾਡੀ ਗੱਲ ਇੱਕ ਬੜੀ ਵਧੀਆ ਲੱਗੀ ਹੈ ਕਿ ਜਿਹੜੇ ਬੱਚੇ ਨੇ ਇੱਥੋਂ ਮਾਪਿਆਂ ਦੀ ਹੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਤੁਹਾਡੀ ਗੱਲ ਤੋਂ ਝਲਕ ਰਹੀ ਹੈ, ਕਿਉਂਕਿ ਜੇ ਮਾਪੇ ਜ਼ਿੰਮੇਵਾਰੀ ਸਹੀ ਨਿਭਾਉਣਗੇ, +2 ਕਰਕੇ ਮੇਰੇ ਬੱਚੇ ਨੇ ਬਾਹਰ ਜਾਣਾ, ਉਹਦੀ ਬਜਾਏ ਉਹਨੂੰ ਦੱਸਣ ਅਸੀਂ ਹੈ ਕੀ ਆ, ਪੰਜਾਬ ਹੈ ਕੀ ਹੈ, ਤਾਂ ਕਾਫੀ ਕੁਝ ਸੁਧਰ ਸਕਦਾ। ਮੈਂ ਵੀ ਉਹੀ ਕੁਝ ਦੱਸਿਆ ਨਾ ਜੀ, ਮੈਂ ਵੀ ਹੁਣ ਬਾਹਰ ਗਿਆ ਤਾਂ ਆਪਣੀ ਡਿਊਟੀ ਸੰਭਾਲਦੇ ਹੋਏ ਜੋ ਸਤਿਗੁਰਾਂ ਨੇ ਹੁਕਮ ਕੀਤਾ ਸਾਡੇ ਬਜ਼ੁਰਗਾਂ ਨੂੰ, ਸਾਡੇ ਪਰਿਵਾਰ ਨੂੰ, ਤੇ ਜੇ ਮੈਂ ਵੀ ਉਹਨਾਂ ਵਾਂਗੂ ਬਾਕੀ ਸਾਰੇ ਲੋਕਾਂ ਨੂੰ ਕਰਾਂ, ਮੈਂ ਬਾਕੀ ਨਾਲ ਵੱਖਰਾ ਕਿਵੇਂ ਹੋ ਸਕਦਾ? ਜੇ ਮੈਂ ਕਹੂੰਗਾ ਕਿਸੇ ਨੂੰ ਭਾਈ ਤੂੰ ਕੀ ਨਹੀਂ ਕਰਦਾ, ਮੈਨੂੰ ਪੁੱਛੇ ਭਾਈ ਸਾਹਿਬ ਤੁਸੀਂ ਤਾਂ ਬਾਹਰ ਬੈਠੇ ਹੋ, ਬਾਹਰ ਬੈਠੇ ਪ੍ਰਚਾਰ ਸਾਨੂੰ ਇਹ ਕਰਦੇ ਹੋ। ਤੇ ਜੇ ਮੈਂ ਇਹ ਚਾਹੁੰਦਾ ਕਿ ਬਜ਼ੁਰਗਾਂ ਦਾ ਪਰਿਵਾਰ ਜੋ ਸਤਿਗੁਰਾਂ ਨੂੰ ਹੁਕਮ ਹੋਇਆ ਇਸ ਪਰਿਵਾਰ ਨੂੰ, ਉਹ ਮੈਂ ਪੂਰਾ ਕੀ ਕਰਨਾ ਹੈ। ਤੇ ਜਿਵੇਂ ਸਿਮਰ ਸਿੰਘ ਜੀ ਨੇ ਇੰਨੀ ਛੋਟੀ ਉਮਰ 'ਚ ਇਹ ਨਾ ਕਰ ਸਕਦੇ, ਬਾਕੀ ਸਭ ਕਿਉਂ ਨਹੀਂ ਕਰ ਸਕਦੇ? ਇਹਨਾਂ ਨੇ ਕੋਈ ਕਰਾਮਾਤਾਂ ਨਹੀਂ ਕੀਤੀ, ਸਿਰਫ ਇਹ ਹੈ ਕਿ ਇਹਨਾਂ ਨੇ ਸੱਚੇ ਦਿਲ ਨਾਲ ਅਰਦਾਸ ਕਰਕੇ ਕੀਤੀ ਹੈ। ਐਡੇ ਵੱਡੇ ਖਾਨਦਾਨ 'ਚ ਹੋ ਕੇ ਇਹਨਾਂ ਨੇ ਕਦੀ ਇਹਨਾਂ ਦੀ ਨਮਰਤਾ ਕਿੰਨੀ ਹੈਗੀ, ਹਰ ਪਾਸੇ ਇਹਨਾਂ ਨੇ। ਹੁਣ ਪਿੱਛੇ ਪਟਿਆਲਾ ਵੱਡਾ ਇੰਨਾ ਵੱਡਾ ਫੈਸਟੀਵਲ ਹੋਇਆ ਪਟਿਆਲੇ ਦਾ, ਸਾਰੇ ਸਿੰਗਲ ਹੈਂਡਲੀ ਆਰਗੇਨਾਈਜ਼ ਕੀਤਾ ਇਹਨਾਂ ਨੇ। ਮੈਂ ਦੇਖ ਕੇ ਨਾਲ ਘੁੰਮਦਾ ਫਿਰਦਾ ਰਿਹਾ ਕਿ ਕੀ ਮਿਨਿਸਟਰ, ਕੀ DC, ਸਭ ਕੁਛ ਇਹਦੇ ਚੁੱਕ ਇਸਲਾਮ ਕਰਦੇ ਰਹੇ ਨੇ। ਜਦ ਤੱਕ ਅਕਾਲ ਤਖਤ ਸਾਹਿਬ ਹੁਣ ਕੋਈ ਮਨੋਂ ਇਹਨਾਂ ਤੋਂ ਸਲਾਹ ਲੈਂਦੇ ਨੇ ਕਿਵੇਂ ਕੀਤਾ ਜਾਵੇ। ਸੋ ਇਸ ਕਰਕੇ ਇਹ ਵੀ ਜਿਸ ਤਰ੍ਹਾਂ ਇਹ ਨੌਜਵਾਨ ਪੀੜ੍ਹੀ ਅੱਗੇ ਆ ਰਹੀ ਹੈ, ਇਹਨਾਂ ਨੂੰ ਦੇਖ ਕੇ ਆਪਣਾ ਵਿਰਸਾ ਦੇਖੀਏ, ਆਪਣਾ ਜਿੰਨਾ ਵਿਰਸਾ ਸਾਡਾ ਸਿੱਖ ਧਰਮ ਦਾ ਹੈਗਾ, ਜਦ ਤੱਕ ਸਹੀ ਨਹੀਂ। ਤੇ ਜਿਸ ਤਰ੍ਹਾਂ ਜੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ, ਜੋ ਸਿੱਖ ਧਰਮ ਹੈ ਨਾ ਜੀ, ਉਹ ਇੱਦਾਂ ਹੈ ਕਿ ਸਾਰੇ ਮਜ਼ਹਬਾਂ ਨੂੰ ਇਕੱਠੇ ਕਰ ਲਈਏ, ਉਹਦਾ ਮੰਥਨ ਕਰੀਏ ਤਾਂ ਮੱਖਣ ਨਿਕਲਦਾ ਨਾ ਜੀ। ਸਿੱਖੀ ਉਹ ਧਰਮ ਹੈ ਜਿਹਦੇ ਸਾਰੇ ਧਰਮਾਂ ਦਾ ਮੰਥਨ ਕਰਕੇ ਬਣਿਆ ਹੋਇਆ, ਔਰ ਸਿੱਖ ਧਰਮ ਹੀ ਇੱਕ ਇਹੋ ਜਿਹਾ ਧਰਮ ਹੈ ਜਿਸ ਦੀ ਕਿ ਗੁਰੂ ਗ੍ਰੰਥ ਸਾਹਿਬ ਜੀ, ਜਿਵੇਂ ਆਪਾਂ ਕਹਿ ਸਕੀਏ ਗੁਰੂ ਹੈ, ਉਹਦੇ 'ਚ ਸਾਰੇ ਧਰਮਾਂ ਦੇ ਲੋਕ ਨੇ, ਜਿਹਨੂੰ ਆਪਾਂ ਅੱਗੇ ਨਮਸਕਾਰ ਕਰਦੇ ਹਾਂ। ਔਰ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰੇ ਗ੍ਰੰਥਾਂ ਨੂੰ, ਧਾਰਮਿਕ ਗ੍ਰੰਥਾਂ ਲਾ ਲਓ, ਜਿੱਥੇ ਸਤਿਗੁਰਾਂ ਨੇ ਖੁਦ ਮੱਥਾ ਟੇਕ ਕੇ ਪੱਕਾ ਕੀਤਾ। ਜਿਸ ਤਰ੍ਹਾਂ ਨੂੰ ਆਪਾਂ ਨੂੰ ਕੋਈ ਨਹੀਂ ਪਤਾ ਬਾਈਬਲ ਕਿਸ ਨੇ ਲਿਖੀ, ਕਦੋਂ ਕੀਤੀ ਗਈ, ਵੇਦਾਂ ਦਾ ਕੋਈ ਪਤਾ ਹੀ ਨਹੀਂ ਹੈ ਕਦੋਂ ਹੋਏ ਕਿ ਨਹੀਂ ਹੋਏ, ਆਪਣੇ ਕੁਰਾਨ ਸ਼ਰੀਫ ਕਿੰਨੀ ਪੀੜ੍ਹੀਆਂ ਬਾਅਦ ਲਿਖੀ ਗਈ। ਕੋਈ ਵੀ ਕਿਸੇ ਧਰਮ ਦਾ ਆਪਾਂ ਨੂੰ ਜੋ ਮੋਢੀ ਸੀ ਉਸ ਵੇਲੇ ਦਾ ਉਹ ਗ੍ਰੰਥ ਨਹੀਂ ਹੈ, ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਹਨ, ਜੋ ਸਭ ਮਜ਼ਹਬਾਂ ਦਾ ਪ੍ਰਤੀਕ ਇਕੱਠਾ ਹੋ ਕੇ ਮੰਥਨ ਕਰਕੇ ਸਤਿਗੁਰਾਂ ਨੇ ਆਪ ਮੋਹਰ ਲਗਾ ਕੇ ਵੀ ਅੱਜ ਤੋਂ ਬਾਅਦ ਇਹ ਗੁਰੂ ਹੈ ਤੁਹਾਡਾ, ਸਭ ਕੁਝ ਉਹਦੇ 'ਚ ਹੈ। ਤੇ ਐਡਾ ਵੱਡਾ ਵਿਰਸਾ ਵੀ ਅਸੀਂ ਨਹੀਂ ਸਾਂਭਦੇ ਕਿ ਸਾਡੀ ਨਲਾਇਕੀ ਫਿਰ ਸਾਡੀ ਹੀ ਹੈ, ਤਾਂ ਆਪਾਂ ਗੁਰੂ ਤੋਂ ਬੇਮੁਖ ਹੋ ਰਹੇ ਹਾਂ ਜੀ। ਇੱਕ ਹੋਰ, ਜਿਵੇਂ ਇਹਨਾਂ ਨੇ ਭਾਈ ਸਿਮਰ ਸਿੰਘ ਹੋਰਾਂ ਨੇ ਦੱਸਿਆ ਕਿ ਚਾਹੇ ਉਹ ਮਹਾਰਾਜਾ ਰਿਪੁਦਮਨ ਸਿੰਘ ਸਨ ਜਾਂ ਪੁਰਾਣੇ ਰਾਜੇ ਮਹਾਰਾਜੇ ਹਨ, ਸਿੱਖ ਧਰਮ ਨਾਲ ਸੰਬੰਧਿਤ, ਤੇ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੇ, ਜੇ ਆਪਾਂ ਹੁਣ ਵੇਖਿਆ ਜਾਵੇ, ਜੋ ਜਿਨ੍ਹਾਂ ਦਾ ਅੱਜ ਬੱਚੇ ਦੇ ਮਤਲਬ ਮੂੰਹ ਤੇ ਉੱਪਰ ਨਾਮ ਆ ਜਾਂਦਾ, ਹੋਰਾਂ ਬਾਰੇ ਹੋ ਸਕਦਾ ਘੱਟ ਜਾਣਕਾਰੀ ਹੋਵੇ, ਤਾਂ ਅੱਜ ਵੀ ਰਾਜ ਤਿਲਕ ਜਾਂ ਜਿਹੜੀਆਂ ਉਹ ਰਸਮਾਂ ਨਿਭਾਉਣੀਆਂ ਨੇ ਉਹ ਤੁਹਾਡੇ ਹਿੱਸੇ ਨੇ। ਅੱਜ ਵੀ ਜੇ ਕੈਪਟਨ ਸਾਹਿਬ ਦੇ ਘਰ ਜਾ ਕੇ ਕਿਸੇ ਹੋਰ ਰਾਜੇ ਮਹਾਰਾਜੇ ਦੇ, ਗੁਰੂ ਦੀ ਕਿਰਪਾ ਨਾਲ ਪ੍ਰਥਾ ਚਲੀ ਆ ਰਹੀ ਹੈ, ਉਹ ਵੀ ਸਾਡਾ ਮਾਣ ਉਹਨੇ ਰੱਖਦੇ ਨੇ ਜੀ। ਅਸੀਂ ਵੀ, ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਉਹ ਪ੍ਰਥਾ ਔਰ ਪਿਆਰ ਪ੍ਰੇਮ ਬਰਾਬਰ ਚੱਲਿਆ ਰਿਹਾ, ਕਿਉਂਕਿ ਇਹਨਾਂ ਦਾ ਪੁਰਾਣਾ ਪਿੰਡ ਮਹਾਰਾਜ ਹੈ, ਸਾਡਾ ਭਾਈ ਰੂਪਾ ਉੱਥੇ ਇਕੱਠੇ ਸੀ, ਉਹਨਾਂ ਤੋਂ ਬਾਅਦ ਜੋ ਇੱਧਰ ਸ਼ਿਫਟ ਕੀਤੀ, ਇਹਨਾਂ ਨਾਲ ਹੀ ਇੱਧਰ ਵਾਪਸ ਆਏ ਆ, ਤਾਂ ਇਹਦਾ ਆਪਸ ਮੇਲ ਚੱਲਿਆ ਆ ਰਿਹਾ, ਉਹ ਸੰਬੰਧ ਦਾਤਾ ਮਿਹਰ ਕਰੇ ਬਣਿਆ ਰਹੇ ਤਾਂ ਕਿ ਅੱਗੇ ਕੁਛ ਕਰ ਸਕੀਏ। ਤੇ ਜਦੋਂ ਬਲਕਿ ਮੇਰੇ ਪੜਦਾਦਾ ਜੀ ਜਦੋਂ ਸੀਗੇ, ਉਹਨਾਂ ਦੇ ਫਾਦਰ ਦੀ ਡੈਥ ਹੋਈ, ਉਹ 13 ਸਾਲ ਦੇ ਸਨ, ਤਾਂ ਮੇਰੇ ਪੜਦਾਦਾ ਜੀ ਭਾਈ ਅਰਜਨ ਸਿੰਘ ਦੇ ਕਸਟੋਡੀਅਨ ਜੋ ਸਨ ਉਹ ਮਹਾਰਾਜਾ ਰਿਪੁਦਮਨ ਸਿੰਘ ਜੀ ਸਨ। ਜਿੰਨੇ 18 ਸਾਲ ਦੀ ਉਮਰ ਨਹੀਂ ਹੋਏ ਤਾਂ ਉਹਨਾਂ ਦਾ ਦੇਖਭਾਲ ਸਾਰੀ ਉਹਨਾਂ ਨੇ ਕੀਤੀ, ਉਹਨਾਂ ਨੇ ਕਰਦੇ ਰਹੇ ਨੇ। ਸੋ ਆਪਣੇ ਸਾਡੀ ਤਾਲਮੇਲ ਬਹੁਤ ਇਕੱਠੀ ਰਹੀ ਉਹਨਾਂ ਦੀ। ਉਹਨਾਂ ਦੀ ਤਾਜਪੋਸ਼ੀ ਜਦੋਂ ਹੋਈ ਮਹਾਰਾਜਾ ਰਿਪੁਦਮਨ ਸਿੰਘ ਜੀ ਦੀ, ਉਹਨਾਂ ਨੇ ਅੰਗਰੇਜ਼ਾਂ ਤੋਂ ਤਾਜਪੋਸ਼ੀ ਨਹੀਂ ਕਰਵਾਈ, ਉਹਨਾਂ ਦੀ ਇਹ ਬਗਾਵਤ ਸੀ ਹੀ ਮੰਨ ਲਓ। ਉਹਨਾਂ ਨੇ ਭਾਈ ਸੰਤ ਅਤਰ ਸਿੰਘ ਜੀ ਔਰ ਮੇਰੇ ਪੜਦਾਦਾ ਜੀ, ਉਹ ਦੋਨੋਂ ਸੰਤ ਸਨ, ਉੱਥੇ ਅਰਦਾਸ ਕੀਤੀ, ਤਿਲਕ ਰਾਜ ਕੀਤੀ ਮੇਰੀ ਇਹਨੇ ਪੜਦਾਦਾ ਜੀ ਨੇ ਕੀਤੀ। ਹਾਲਾਂਕਿ ਇਸ ਦਾ ਇਹਨੂੰ ਬਗਾਵਤ ਮੰਨਦੇ ਹੋਏ ਰਿਪੁਦਮਨ ਸਿੰਘ ਜੀ ਨੂੰ ਇੱਥੋਂ ਕੋਟਾਕਨਾਲ ਭੇਜਤਾ ਗਿਆ, ਕਾਲੇ ਪਾਣੀ ਭੇਜਤਾ ਗਿਆ ਵੀ ਅੱਗੇ ਨਾ ਹੋ ਜਾਏ, ਪਰ ਉਹ ਚੁੱਕੇ ਨਹੀਂ, ਪਰ ਉਹਨਾਂ ਨੇ ਆਪਣੀ ਖੜੇ। ਹਾਂਜੀ, ਔਰ ਜਿਹੜੀ ਆਨੰਦ ਕਾਰਜ ਐਕਟ ਜੋ ਹੈ ਉਹਨਾਂ ਨੇ ਹੀ ਸ਼ੁਰੂ ਕਰਵਾਇਆ। ਇਹ ਆਪਾਂ ਚਲੋ ਠੀਕ ਹੈ, ਆਪਣੇ ਹੀ ਦਬੀ ਜਾਂਦੇ ਆਪਾਂ ਕਰਦੇ ਰਹਿੰਦੇ ਹਾਂ, ਆਪਾਂ ਇਹਨੂੰ ਆਪਣਾ ਹੱਕ ਲੜਨਾ ਚਾਹੀਦਾ, ਕਿਸੇ ਦੇ ਗੱਲ ਨਹੀਂ ਪੈਣ ਨੂੰ ਕਹਿ ਰਿਹਾ, ਆਪਣਾ ਹੱਕ ਲੈਣ ਦੀ ਗੱਲ ਕਰਦੇ ਜੀ। ਤੇ ਬਹੁਤ ਹੀ ਇੱਕ ਵਡਮੁੱਲੀ ਤੁਸੀਂ ਜਾਣਕਾਰੀ ਦਿੱਤੀ ਹੈ। ਆਨੰਦ ਮੈਰਿਜ ਐਕਟ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਜਾ ਰਿਪੁਦਮਨ ਸਿੰਘ ਹੋਰਾਂ ਨੇ, ਉਹਨਾਂ ਦੀ ਕੋਸ਼ਿਸ਼ ਨਾਲ ਹੀ ਇਹ ਸਾਹਮਣੇ ਆਇਆ ਸਭ ਕੁਝ। ਤੇ ਇੱਕ ਭਾਈ ਸਿਮਰ ਸਿੰਘ ਜੀ, ਥੋੜਾ ਜਿਹਾ ਚੱਲਦੇ ਆ ਵੀ ਜਾਣਕਾਰੀ ਦੇ ਦਿੰਦੇ ਕਿ ਜਿਹੜੀ ਇਹ ਪਿਸਤੌਲ ਹੈ ਕਿੱਦਾਂ? ਅੱਜ ਹੀ ਭਾਈ ਸਾਹਿਬ ਹੋਰਾਂ ਨੇ ਕੱਢ ਕੇ ਵਿਖਾਈ ਹੈ। ਉਹ ਕਹਿੰਦੇ ਨੇ ਨਾ ਕਿ ਵੀ ਤੋਸ਼ੇਖਾਨੇ 'ਚ ਪਿਆ ਸਭ ਕੁਝ ਹੁੰਦਾ ਹੈ,
ਲੇਕਿਨ ਹੌਲੀ ਹੌਲੀ ਕਰਕੇ ਸਾਹਮਣੇ ਆਉਂਦਾ। ਭਾਈ ਸਾਹਿਬ ਹੋਰਾਂ ਦੇ ਪਰਿਵਾਰ 'ਚ ਸਮਾਨ ਬਹੁਤ ਹੈ, ਰੈਲਿਕਸ ਬੜੇ ਨੇ, ਕਈ ਪੁਰਾਣੇ ਨੇ, ਪੁਰਾਤਨ ਨੇ। ਮੈਂ ਇੱਕ ਇਤਿਹਾਸਕ ਤੇ ਨਹੀਂ ਕਹਾਂਗਾ, ਲੇਕਿਨ ਐਡੀ ਕੁ ਪੁਰਾਤਨ ਹੈ। ਇਹਦੇ ਉੱਪਰ ਤੁਸੀਂ ਵੇਖ ਸਕਦੇ ਹੋ, ਮੈਂ ਬੇਨਤੀ ਕਰਾਂਗਾ ਜ਼ੂਮ ਕਰਕੇ ਵੀ ਦਿਖਾ ਦੇਵੋ ਕਿ ਵੀ ਇਹ ਕਾਲਿਨ ਦੀ ਆਕਸਫੋਰਡ ਦੀ ਬਣੀ ਹੋਈ ਹੈ। ਇਹਦੇ ਉੱਪਰ ਮਾਰਕ ਵੀ ਲੱਗਿਆ ਹੋਇਆ। ਇਹ ਬੜੀ ਪੁਰਾਣੀ ਹੈ, ਮੇ ਬੀ ਅਕੋਰਡਿੰਗ ਟੂ ਮੀ, ਬਿਕੋਜ਼ ਮੈਂ ਇੱਕ ਰੈਲਿਕਸ ਤੇ ਸਟੱਡੀ ਕਰ ਰਿਹਾ। ਦਿਸ ਇਜ਼ ਆਫ ਅਰਲੀਅਰ 19th ਸੈਂਚੁਰੀ, 19ਵੀਂ ਸਦੀ ਦੀ ਸ਼ੁਰੂਆਤੀ, ਜਿਸ ਨੂੰ ਅਸੀਂ ਕਹਿ ਸਕਦੇ ਹਾਂ 1800 ਦੇ ਲਗਭਗ ਦੀ, 1820 1850, ਜਿਸ ਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਵੀ ਗਿਣ ਸਕਦੇ ਹੋ। ਇਹ ਉਸ ਵੇਲੇ ਦੀ ਹੈ। ਆ ਬਾਕੀ ਕਟਾਰਾਂ ਵੀ ਵੇਖੋ ਇਹਨਾਂ ਨੇ ਦਿਖਾਈਆਂ ਨੇ ਇਹਦੇ ਉੱਪਰ, ਕਿਉਂਕਿ ਹਾਥੀ ਦੇ ਉੱਪਰ ਮਹਾਰਾਜਾ ਦਾ ਸਿੰਬਲ ਹੈ। ਤੇ ਭਾਈ ਸਾਹਿਬ ਹੋਰੀ ਕਹਿੰਦੇ ਨੇ ਕਿ ਵੀ ਇਹ 5 ਕਟਾਰਾਂ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਐਜ਼ ਆ ਉਰੇ ਭੇਟ ਕਰਕੇ ਗਏ ਸੀ। ਤੇ ਬਾਕੀ ਇਹਨਾਂ ਦੀ ਹੋਰ ਹਜੇ ਖੋਜ ਹੋਣੀ ਬਾਕੀ ਹੈ। ਬਸ ਇਹ ਹੈ ਕਿ ਵੀ ਜਿਨ੍ਹਾਂ ਨੇ ਵੀ ਇਹਨਾਂ ਦੀ ਜਾਣਕਾਰੀ ਹੈ ਸਾਡੇ ਨਾਲ ਸਾਂਝੀ ਕਰੋ।